ਹਾਲੇਲੂਇਆ। ਅੱਜ ਆਪਾਂ ਸ਼ੁਰੂ ਤੋਂ ਮੀਟਿੰਗ ਨੂੰ ਜਿੱਦਾਂ ਪਹਿਲੀ ਪ੍ਰੇਅਰ ਤੋਂ ਲੈ ਕੇ ਕਹਿ ਲਓ ਵੀ ਇੱਕ ਇੱਕ ਚੀਜ਼ ਜਿਹੜੀ ਬੋਲ ਰਹੀ ਸੀ, ਇੱਕ ਇੱਕ ਗੱਲ ਮਿਲ ਰਹੀ ਸੀ। And we were like listening from everything, listening the word of God, and He was talking to us with everything, worship, word, everything. ਇੱਕ ਭੈਣ ਨੇ ਕਿਹਾ ਕਿ ਪ੍ਰੇਅਰ ਦੇ ਵਿੱਚ ਕਿ ਪਵਿੱਤਰ ਆਤਮਾ ਇਦਾਂ ਜਿੱਦਾਂ ਹਵਾ ਤੋਂ, ਪਵਿੱਤਰ ਆਤਮਾ ਤੋਂ ਜਨਮਿਆ ਵਿਅਕਤੀ ਇਦਾਂ ਆ ਜਿੱਦਾਂ ਹਵਾ ਇੱਧਰ ਉੱਧਰ ਉਛਲਦੀ ਫਿਰਦੀ ਆ, ਇਦਾਂ ਆ। As Sister Ji said, one who is born from the Spirit is like the air. No one knows where it goes and where it comes from. ਵਚਨ ਪੜਿਆ ਗਿਆ, ਭੈਣ ਨੇ ਐਂਡ 'ਚ ਪੜਿਆ, ਪਰਮੇਸ਼ਰ ਸਾਰਿਆਂ ਦਾ ਪ੍ਰਭੂ ਹੈ, ਉਹ ਸਾਰਿਆਂ ਨੂੰ ਮਾਲਾ ਮਾਲ ਕਰਦਾ ਹੈ ਜੋ ਲੋੜਵੰਦ ਹੋ ਕੇ ਉਹਦੇ ਕੋਲ ਆਉਂਦੇ ਆ। And Lord is everyone's God, and He blessed everyone who comes with the need to Him. ਤੇ ਆਂਟੀ ਜੀ ਨੇ ਵਰਸ਼ਿਪ ਦੇ ਵਿੱਚ ਗਾਇਆ, ਰਹਿਮਤ ਨਾਲ ਹੈ ਭਰਿਆ ਸਾਡਾ ਪਾਕ ਹੋਇਆ, ਪਾਕ ਯਹੋਵਾ ਸਾਡਾ। As Auntie Ji sang the song that our Lord is full with the blessings. ਹੁਣ ਕੋਈ ਸ਼ੱਕ ਆ ਕਿ ਅਸੀਂ ਖਾਲੀ ਜਾਵਾਂਗੇ? Any doubt that we're gonna go empty-handed? ਸਾਡਾ ਪਰਮੇਸ਼ਰ ਬਰਕਤਾਂ ਨਾਲ ਭਰਿਆ ਹੋਇਆ ਪਰਮੇਸ਼ਰ ਆ, ਉਹ ਆਪਣੇ ਤੋਹਫਿਆਂ ਨੂੰ ਸਾਡੇ ਉੱਤੇ ਉਡੇਲਣਾ ਚਾਹੁੰਦਾ ਆ ਅੱਜ। And our God is full with blessing, and He wanna pour out His gifts on us. ਕਹਿੰਦਾ ਚੱਖ ਕੇ ਦੇਖੋ ਪਰਮੇਸ਼ਰ ਕਿੰਨਾ ਭਲਾ ਆ। And He says, taste me and see how good I am. ਕਹਿੰਦਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਚਾਨਣਾ ਪ੍ਰਾਪਤ ਕੀਤਾ। And He said, whoever believed in Him received the light. ਉਹ ਤੁਸੀਂ ਸਾਰੇ ਆ, ਮੈਂ ਆ। And all of you are that. ਹਾਲੇਲੂਇਆ। ਇਹ ਵਚਨ ਦੇ ਵਿੱਚ ਕਿਤੇ ਨਹੀਂ, ਇਹ ਪਵਿੱਤਰ ਆਤਮਾ ਬੋਲ ਰਿਹਾ ਆ। And it is not in the word, it is the Holy Spirit who is ਇੱਕ ਵਾਰ ਪਵਿੱਤਰ ਆਤਮਾ ਦੇ ਨਾਂ 'ਚ ਜ਼ੋਰਦਾਰ ਤਾੜੀਆਂ ਜਿਹੜਾ ਸਵਰਗ ਤੋਂ ਆਇਆ ਕਰਦੇ। ਹਾਲੇਲੂਇਆ, ਹਾਲੇਲੂਇਆ। ਭੈਣੋ ਤੇ ਭਰਾਵੋ, ਜਿੱਦਾਂ ਪਾਸਟਰ ਜੀ ਨੇ ਵੈਸ ਕੇ ਕਿਹਾ ਕਿ ਸੰਗਤ ਕਰਨੀ ਬਹੁਤ ਜ਼ਰੂਰੀ ਆ। And brothers and sisters, as Pastor Ji said, it's very important to do the fellowship. ਪਵਿੱਤਰ ਆਤਮਾ ਨਾਲ ਭਰਪੂਰ ਇੱਥੇ ਹੀ ਹੋ ਸਕਦੇ ਆ ਆਪਾਂ। And here we can fill with the Holy ਜਦੋਂ Spirit. ਇੱਕ ਕੋਲਾ ਰੱਖਿਆ ਜਾਂਦਾ ਆ, ਜਿੱਦਾਂ ਪਾਸਟਰ ਜੀ ਨੇ ਇੱਕ ਦਿਨ ਵਚਨ 'ਚ ਸ਼ੇਅਰ ਕੀਤਾ ਸੀ ਕਿ ਗੁਆਂਢਣਾ ਦੇ ਉਹ ਲਿਆ ਕੇ ਕੋਲਾ ਤੇ ਉਹਦੇ ਉੱਤੇ ਲੱਕੜੀਆਂ ਰੱਖ ਕੇ ਫੂਕਾਂ ਮਾਰ ਕੇ ਅੱਗ ਮਚਾ ਲੈਂਦੀ ਸੀ। As Pastor Ji told us, like in the old times or in India, like sisters used to go to the neighborhood to bring the fire, and then they used to burn it. ਤੇ ਅੱਜ ਆਪਾਂ ਦੇਖ ਰਹੇ ਹਾਂ ਉਹ ਅੱਗ ਮੱਚ ਰਹੀ ਆ। And today we can see that fire is burning. ਹਾਲੇਲੂਇਆ। Hallelujah. ਅੱਜ ਆਪਾਂ ਪਰਮੇਸ਼ਰ ਦੇ ਵਚਨ 'ਚ ਜਾਵਾਂਗੇ ਤੇ ਪਵਿੱਤਰ ਆਤਮਾ ਦੇ ਬਾਰੇ ਹੀ ਸਿੱਖਾਂਗੇ। And now we're going to go into the Word of God, and we're going to learn about Holy Spirit. ਕਿਉਂਕਿ ਜਿੱਦਾਂ ਸਿਸਟਰ ਜੀ ਨੇ ਫਰਾਈਡੇ ਨੂੰ ਲਾਸਟ ਪ੍ਰੇਅਰ ਤੋਂ ਵਾਅਦਾ ਕਿਹਾ ਸੀ ਕਿ ਭੈਣੋ ਤੇ ਭਰਾਵੋ, ਹੁਣ ਪਵਿੱਤਰ ਆਤਮਾ ਜਦੋਂ ਅਗਲੇ ਦਿਨਾਂ 'ਚ ਅਗਲੇ ਮਹੀਨੇ ਪ੍ਰਭੂ ਯਿਸੂ ਚੇਲਿਆਂ ਤੇ ਉਤਰਿਆ ਸੀ, ਤੇ ਹੁਣ ਆਪਾਂ ਤਿਆਰੀ ਕਰੀਏ ਕਿ ਅੱਗੇ ਪਾਸਟਰ ਜੀ ਜਦੋਂ ਆਉਣਗੇ ਕਿ ਪਵਿੱਤਰ ਆਤਮਾ ਸਾਡੇ ਉੱਤੇ ਭਰਪੂਰੀ ਨਾਲ ਉਤਰੇ। As Sister Ji said in the last meeting on last Friday, that the Pentecostal days are coming, and the apostle received the Holy Spirit on those days. So we should be ready, that we should be filled with the Holy Spirit before Pastor Ji comes. ਤੇ ਇੱਥੇ ਬੈਠੇ ਬੈਠੇ ਪਰਮੇਸ਼ਰ ਨੇ ਕਿਹਾ ਇਹੀ ਵਚਨ ਆ। And here Lord shared with Sister Ji that this is the word that you're gonna preach. ਜਦੋਂ ਆਤਮਾ 'ਚ ਆਪਾਂ ਇੱਕ ਹੁੰਨੇ ਆ ਨਾ, ਅਸੀਂ ਇੱਕ ਦੂਜੇ ਤੋਂ ਹੀ ਸਾਨੂੰ ਪਰਮੇਸ਼ਰ ਬੋਲ ਜਾਂਦਾ ਆ। And when we are one in the Holy Spirit, and the Holy Spirit talk to us through each other. ਇਸ ਤਰ੍ਹਾਂ ਅੱਜ ਦੇ ਵਚਨ ਤੋਂ ਆਪਾਂ ਸਿੱਖ ਕੇ ਆਪਾਂ ਇੱਕ ਦੂਜੇ ਲਈ ਆਤਮਕ ਬਲ ਬਣ ਸਕਦੇ ਇੱਕ ਦੂਜੇ ਦਾ। And here we can learn from one another, and we can be the power, spiritual power for one another. ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਦਾ। Thank you, Jesus. ਇੱਕ ਐਗਜ਼ਾਮਪਲ ਦਊਂਗੀ ਅੱਜ ਵਚਨ, ਮੈਂ ਵੀ ਐਗਜ਼ਾਮਪਲ ਦੇ ਨਾਲ ਹੀ ਸ਼ੁਰੂ ਕਰੂੰਗੀ, ਕਿਉਂਕਿ ਪਰਮੇਸ਼ਰ ਨੇ ਆਪਾਂ ਨੂੰ ਇੱਕ ਤੋਹਫਾ ਹੀ ਦਿੱਤਾ ਆ, ਪਵਿੱਤਰ ਆਤਮਾ ਜਿਹੜਾ ਹੈ ਨਾ। And Sister Ji gonna share today's word with an example that Lord give us a gift of Holy Spirit. ਜਿੱਦਾਂ ਹੁਣ ਐਗਜ਼ਾਮਪਲ ਆਪਾਂ ਲੈਂਦੇ ਆ ਕਿ ਤੁਸੀਂ ਕਿਸੇ ਆਪਣੇ ਬੈਸਟ ਫਰੈਂਡ ਜਾਂ ਕਿਸੇ ਭੈਣ ਭਰਾ ਜਿਹੜਾ ਤੁਹਾਡੇ ਤੋਂ ਥੋੜਾ ਦੂਰ ਰਹਿੰਦਾ ਆ, ਤੁਸੀਂ ਉਹਦੇ ਲਈ ਕੋਈ ਤੋਹਫਾ ਉਹਨੂੰ ਦੇਣਾ ਚਾਹੁੰਦੇ ਹੋ ਉਹਦੇ ਜਨਮ ਦਿਨ ਤੇ। And for instance, that there's someone's birthday is coming, and you want to give a present to him as your sign of your love. ਪਹਿਲਾਂ ਤਾਂ ਤੁਸੀਂ ਕਾਫੀ ਦਿਨ ਸੋਚਦੇ ਆ ਕਿ ਮੈਂ ਉਹਨੂੰ ਕੀ ਦੇਵਾਂ, ਕਿਹੜੀ ਚੀਜ਼ ਜਿਹੜੀ ਉਹਦੇ ਲਈ ਕੰਮ ਦੀ ਹੋਵੇ ਤੇ ਉਹਨੂੰ ਚੰਗੀ ਲੱਗੇ ਤੇ ਉਹਦੇ ਕੰਮ ਆਵੇ। And you start planning few days ahead that what should I give it to him or her that he can use it.
ਫਿਰ ਤੁਸੀਂ ਜਾਣਦੇ ਆ ਚੰਗੀ ਤੋਂ ਚੰਗਾ ਤੋਹਫਾ ਜਿਹੜਾ ਤੁਹਾਨੂੰ ਲੱਗਦਾ ਕਿ ਉਹਦੇ ਕੰਮ ਆਊ, ਖੁਸ਼ ਹੋਊਗਾ, ਉਹਨੂੰ ਖੋਲ ਕੇ ਤੁਸੀਂ ਉਹਦੇ ਲਈ ਖਰੀਦ ਕੇ ਲਿਆਉਂਦੇ ਆ। And then you go and you think, okay, this will be perfect for him, he will be happy with it, and you go and you buy it. ਤੁਸੀਂ ਉਹਦੇ ਲਈ ਪੇ ਕਰਦੇ ਆ, ਪ੍ਰਾਈਸ ਪੇ ਕਰਦੇ ਆ। And you pay the price for it. ਫਿਰ ਤੁਸੀਂ ਉਸ ਤੋਹਫੇ ਨੂੰ ਜਦੋਂ ਮੇਲ ਕਰਦੇ ਆ ਜਾਂ ਪੋਸਟ ਕਰਦੇ ਜਾਂ ਡਿਲੀਵਰੀ ਕਰਾਉਂਦੇ ਆ, ਤੁਸੀਂ ਉਹਨੂੰ ਪੈਕ ਚੰਗੀ ਤਰ੍ਹਾਂ ਕਰਕੇ ਉਹਨੂੰ ਉਹਦੇ ਤੇ ਵੀ ਖਰਚਾ ਕਰਦੇ ਤੇ ਉਹਨੂੰ ਮੇਲ ਕਰਦੇ ਆ। And then you pack it very well for a mail or for a delivery, however, which means you want to send it. ਫਿਰ ਤੁਸੀਂ ਸੋਚਦੇ ਆ ਕਿ ਹੁਣ ਇੰਨੇ ਦਿਨਾਂ ਬਾਅਦ ਜਾਊਗਾ ਤੇ ਉਹਦੀ ਕਾਲ ਮੈਨੂੰ ਆਊਗੀ। And then you think, okay, after this much days, he gonna receive it, and he gonna give me a call. ਜਾਂ ਲਾ ਲਓ ਕ੍ਰਿਸਮਸ ਤੇ ਜਿੱਦਾਂ ਕਈ ਭੈਣ ਭਰਾ ਗਿਫਟ ਡ੍ਰੌਪ ਕਰਕੇ ਜਾਂਦੇ ਆ ਵੀ ਇਹ ਕ੍ਰਿਸਮਸ ਵਾਲੇ ਦਿਨ ਮੈਨੂੰ ਫੋਨ ਕਰੂਗਾ ਵੀ ਮੈਂ ਉਹ ਤੋਹਫਾ ਦੇ ਕੇ ਆਇਆ ਉਹਨੂੰ। As like other brothers and sisters who give gifts before the Christmas, and then they expect that they're gonna receive call from certain person for the gift. ਕਈ ਵਾਰੀ ਉਹ ਤੋਹਫਾ ਇੱਕ ਐਂਵਲਪ 'ਚ ਕੁਝ ਇਦਾਂ ਦਾ ਚੈੱਕ ਜਾਂ ਕੁਝ ਹੋ ਸਕਦਾ ਜਿਹੜਾ ਕਿ ਤੁਸੀਂ ਸੋਚਦੇ ਕਿ ਲਿਫਾਫਾ ਹੀ ਆ। And sometimes it could be a check or something that you think like this is just an envelope. ਤੇ ਤੁਸੀਂ ਉਸ ਤੋਹਫੇ ਨੂੰ ਇੱਕ ਡਰਾਅਰ ਦੇ ਵਿੱਚ ਰੱਖ ਦਿੰਦੇ ਆ। And you put that gift in the drawer. ਲੈ ਲਿਆ ਪਰ ਤੁਸੀਂ ਭੁੱਲ ਜਾਂਦੇ ਕਿ ਉਹ ਕਿੱਥੇ ਰੱਖਤਾ। ਤੁਹਾਨੂੰ ਕੋਈ ਲੱਗਦਾ ਕਿ ਕੋਈ ਗੱਲ ਨਹੀਂ ਦੇਖਦਾ, ਫਿਰ ਤੁਸੀਂ ਭੁੱਲ ਜਾਂਦੇ ਉਹਨੂੰ ਖੋਲਦੇ ਨਹੀਂ। And you took it and you put it away that you think, okay, I'll check it later. It's okay. ਤੇ ਜਿਹਨੇ ਪੈਸੇ ਖਰਚੇ ਹੁੰਦੇ ਆ, ਜਿਹਨੇ ਆਪਣਾ ਟਾਈਮ ਲਾਇਆ ਹੁੰਦਾ, ਜਿਹਨੇ ਪੈਕ ਕੀਤਾ ਹੁੰਦਾ, ਉਹਨੂੰ ਹੁੰਦਾ ਕਿ ਮੈਨੂੰ ਫੋਨ ਆਊਗਾ ਤੇ ਮੈਨੂੰ ਕੋਈ ਸ਼ਬਦ ਸੁਣਨ ਨੂੰ ਥੈਂਕਸ ਜਾਂ ਕੁਝ ਵੀ ਮਿਲੂਗਾ। And one who spent his money and time on it, he's expecting for your call that okay, he will receive it and he will give me a call. ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸੀ, ਜਦੋਂ ਮੈਂ ਖਾਣਾ ਬਣਾਵਾਂ ਨਾ, ਤੁਹਾਨੂੰ ਪਤਾ ਮੈਨੂੰ ਖਾਣਾ ਬਣਾਉਣ ਦਾ ਸ਼ੌਕ ਆ, ਪਰ ਮੈਂ ਪਹਿਲਾਂ ਮੂੰਹ ਦੇਖਦੀ ਹੁੰਦੀ ਕਿ ਜਿਹਨੇ ਬੁਰਕੀ ਪਾਈ ਉਹ ਕੀ ਬੋਲਦਾ ਹੈ। ਮੈਨੂੰ ਹੁਣੇ ਯਾਦ ਆਇਆ। And as sisters, we love cooking, so whenever she cooks, she wait for someone, whoever like eat it, should give her a compliment. ਇਹ ਤਾਂ ਮੈਨੂੰ ਆਪਣਾ ਹੀ ਐਗਜ਼ਾਮਪਲ ਦੇ ਦੇਣਾ ਚਾਹੀਦਾ ਸੀ ਵੇ ਮੈਂ ਜੇ ਨਾ ਕੋਈ ਬੋਲੇ ਥੋੜੀ ਜਿਹੀ ਮੈਂ ਕਹਿੰਦੀ ਕਿੱਦਾਂ ਬਣਿਆ ਆ। And if someone doesn't give her a compliment, she asks herself like how it is. ਕਿਉਂਕਿ ਸਾਨੂੰ ਰਿਸਪੌਂਸ ਚੰਗਾ ਲੱਗਦਾ ਹੈ। Yeah, because we love the response. ਹੁਣ ਜਿਹੜੇ ਭਰਾ ਨਹੀਂ ਕਹਿੰਦੇ ਉਹ ਘਰ ਜਾ ਕੇ ਕਿਹਾ ਕਰਨ ਵੀ ਖਾਣਾ ਬਹੁਤ ਵਧੀਆ ਆ। And whoever doesn't say it, please go home. Whenever you go home and say, okay, it's good, it's delicious. ਹਾਂਜੀ, ਉਹ ਫਿਰ ਸੋਚ ਕੇ ਕਹਿੰਦਾ ਜਿੱਦਾਂ ਮੈਂ ਕਹਿੰਦੀ ਮੈਂ ਪੁੱਛ ਲੈਂਦੀ ਹੁੰਦੀ ਆ, ਸੱਚੀ ਪੁੱਛਦੀ ਹੁੰਦੀ ਆ। ਤੇ ਪਾਸਟਰ ਜੀ ਆਪਣੇ ਤਾਂ ਪਹਿਲਾਂ ਹੀ ਕਹਿ ਦਿੰਦੇ ਕਿ ਬਹੁਤ ਸਵਾਦ ਸਿਸਟਰ ਜੀ, ਹੈ ਨਾ, ਤੇ ਉਹਨਾਂ ਨੂੰ ਤਾਂ ਪੁੱਛਣਾ ਹੀ ਨਹੀਂ ਪੈਂਦਾ। And we never have to ask Pastor Ji. He always appreciate the food. He always ਉਹ says ਭੈਣਾਂ very ਦੇ ਹੱਥਾਂ ਦੇ ਬਣਾਏ ਖਾਣੇ ਪਸੰਦ ਕਰਦੇ ਆ ਕਿਉਂਕਿ ਭੈਣਾਂ ਪਿਆਰ ਨਾਲ ਬਣਾਉਂਦੀਆਂ। He appreciate our cooking because we always cook with love. ਤੇ ਉਹ ਜਦੋਂ ਫੋਨ ਕਰਦਾ ਆ, ਆਪਾਂ ਕਰਦੇ ਆ ਆਪਣੇ ਦੋਸਤ ਨੂੰ, ਉਹ ਕਹਿੰਦਾ ਉਹ ਮੈਂ ਤਾਂ ਯਾਦ ਭੁੱਲ ਗਿਆ, ਉਹ ਤਾਂ ਮੈਨੂੰ ਚੇਤਾ ਹੀ ਨਹੀਂ, ਇੱਕ ਮਿੰਟ ਮੈਂ ਖੋਲਦਾ ਆ ਨਾ। And whenever we give him a call to remind him that okay, I sent you a gift, and he said, oh sorry, I forgot about it. Let me check it. ਇਹ ਜਿਹੜੀ ਸਟੋਰੀ ਆ ਨਾ ਮੈਂ ਸ਼ੇਅਰ ਕਰ ਰਹੀ ਹਾਂ, ਇਹ ਉਹਨਾਂ ਲਈ ਆ ਜਿਨ੍ਹਾਂ ਨੇ ਪਰਮੇਸ਼ਰ ਤੋਂ ਆਤਮਾ ਪ੍ਰਾਪਤ ਕੀਤਾ ਆ ਪਰ ਉਹਨੂੰ ਯੂਜ਼ ਹੀ ਨਹੀਂ ਕੀਤਾ। And this story is for them who received the gift of Holy Spirit but have never used it. ਇਸੇ ਤਰ੍ਹਾਂ ਜਦੋਂ ਉਹ ਉਹਨੂੰ ਐਂਵਲਪ ਨੂੰ ਖੋਲਦਾ ਜਾਂ ਉਸ ਤੋਹਫੇ ਨੂੰ ਖੋਲਦਾ ਆ, ਉਹਦੇ ਵਿੱਚੋਂ ਉਹ ਚੀਜ਼ ਨਿਕਲਦੀ ਆ ਜਿਹੜੀ ਉਹਦੇ ਲਈ ਬਹੁਤ ਜ਼ਰੂਰੀ ਸੀ ਤੇ ਉਹ ਭੁੱਲ ਗਿਆ ਸੀ। ਉਹ ਸੋਚਦਾ ਕਿ ਇੰਨਾ ਚਿਰ ਕਿਉਂ ਹੋ ਗਿਆ। And it is the same that the person who forgot and put the gift away, and whenever you open it, it is a useful thing, and he is like, why I put it away? ਸ਼ਾਇਦ ਹੋ ਸਕਦਾ ਕਿ ਬਿੱਲ ਪੇ ਕਰਨ ਵਾਲੇ ਹੁਣ ਕਿਸੇ ਭਰਾ ਨੇ ਚੈੱਕੀ ਫੈਮਿਲੀ ਨੇ ਭੇਜਿਆ ਹੋਵੇ, It might be a check and could be helpful to pay the bill. ਕੋਈ ਖਜ਼ਾਨਾ ਹੋ ਸਕਦਾ, ਕੋਈ ਇਦਾਂ ਦੀ ਚੀਜ਼ ਹੋ ਸਕਦੀ ਜਿਹੜੀ ਤੁਹਾਨੂੰ ਬਹੁਤ ਲੋੜੀਂਦੀ ਸੀ ਉਸ It ਸਮੇਂ। could be a treasure or something that you like really needed. ਤੇ ਇਸੇ ਤਰ੍ਹਾਂ ਪਵਿੱਤਰ ਆਤਮਾ ਪਰਮੇਸ਼ਰ ਨੇ ਜਦੋਂ ਆਪਾਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ, ਸਾਡੇ ਅੰਦਰ ਪਵਿੱਤਰ ਆਤਮਾ ਆ ਗਿਆ। In the same way, Lord gave us a Holy Spirit when we received Lord Jesus Christ. ਪਰਮੇਸ਼ਰ ਨੇ ਆਪਣਾ ਆਤਮਾ ਉਸੇ ਵੇਲੇ ਜਦੋਂ ਅਸੀਂ ਪਾਪਾਂ ਦੀ ਮਾਫੀ ਮੰਗੀ ਸਵਰਗ ਤੋਂ ਸਾਡੇ ਅੰਦਰ ਭੇਜ ਦਿੱਤਾ। And whenever when we apologized for our sins, He forgave us and He gave us His Holy Spirit as well. ਪਰ ਵਚਨ ਦੀ ਅਗਿਆਨਤਾ ਹੋਣ ਕਰਕੇ ਕਈਆਂ ਨੇ ਉਹਨੂੰ ਨਾ ਜਾਣਿਆ। But because they were like ignorant or they didn't know the word, so they didn't know it like what is the Holy Spirit, so they put it away. ਜਿਹੜੇ ਇਗਨੋਰ ਕਰਦੇ ਆ ਮਸੀਹੀ ਹੈ ਨਾ, ਉਹ ਕਈ ਵਾਰ ਦਰ ਤੇ ਰੁਲਦੇ ਫਿਰਦੇ ਆ। And who ignore it, they are just wandering alone. ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਉਹਨਾਂ ਨੂੰ ਕਿਤੇ ਤਸੱਲੀ ਵੀ ਨਹੀਂ ਆਉਂਦੀ
ਜਿੱਦਾਂ ਕਹਿੰਦੇ ਹੋਏ ਨਹੀਂ, ਚਾਚੀ ਤਾਈ ਦੇ ਘਰੋਂ ਰੋਟੀ ਖਾ ਕੇ ਆ ਕੇ ਤੇ ਸਬਰ ਜਿਹੜਾ ਆ ਮਾਂ ਦੇ ਕੋਲ ਆ ਕੇ ਮਿਲਦਾ ਉਹਦੀ ਪੱਕੀ ਰੋਟੀ ਨਾਲ। And they don't get peace and joy because like it is saying that whenever we go out for a dinner, but we only enjoy when we come to our ਉਹ home. ਨਿਰਾਸ਼ ਹੋ ਜਾਂਦੇ ਆ They get disappointed ਤੇ ਵਿਸ਼ਵਾਸ ਤੋਂ ਕਮਜ਼ੋਰ ਪੈ ਜਾਂਦੇ ਆ। and they become weak in the ਉਹਨਾਂ ਨੂੰ faith. ਲੱਗਦਾ ਪਰਮੇਸ਼ਰ ਸਾਨੂੰ ਯੂਜ਼ ਨਹੀਂ ਕਰਦਾ, They think Lord is not using us. ਤੇ ਉਹ ਚਾਹੁੰਦੇ ਵੀ ਯੂਜ਼ ਹੋਣਾ ਆ, They want to be used, ਪਰ ਉਹਨਾਂ ਨੂੰ ਪਤਾ ਨਹੀਂ ਕਿ ਖਜ਼ਾਨਾ ਕਿਹੜਾ ਸਾਡੇ ਕੋਲ ਪਿਆ ਹੈ। but they don't know what the treasure they are keeping inside them. ਕਿ ਇਹ ਤੋਹਫਾ ਜਿਹੜਾ ਪਵਿੱਤਰ ਆਤਮਾ ਆ, ਮਸੀਹੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਤੋਹਫਾ ਆ। And Holy Spirit is the precious gift of our Christian life. ਇਹ ਇੱਕ ਖਜ਼ਾਨਾ ਆ ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰਨੇ ਦਾ। This is the treasure to destroy the works of Satan. ਨਾਸ਼ ਕਰਨ ਲਈ ਪਰਮੇਸ਼ਰ ਨੇ ਸਾਨੂੰ ਸ਼ਕਤੀ ਦਿੱਤੀ ਪਵਿੱਤਰ ਆਤਮਾ ਦੇ ਰਾਹੀਂ। And to destroy us, Lord gave us the power through Holy Spirit. ਅੱਜ ਆਪਾਂ ਸਿੱਖਾਂਗੇ ਕਿ ਇਹ ਤੋਹਫਾ ਜਿਹੜਾ ਸਵਰਗ ਤੋਂ ਆਇਆ, ਧਰਤੀ ਤੋਂ ਨਹੀਂ ਕਿਤੇ ਆਇਆ, ਕਿਸੇ ਭੈਣ ਭਰਾ ਤੋਂ ਨਹੀਂ ਆਇਆ, ਕਿਸੇ ਬੰਦੇ ਨੇ ਨਹੀਂ ਚੂਜ਼ ਕੀਤਾ, ਉਸ ਪਰਮੇਸ਼ਰ ਨੇ ਦਿੱਤਾ ਜਿਹੜਾ ਇਸ ਸਵਰਗ ਤੇ ਜ਼ਮੀਨ ਅਸਮਾਨ ਬਣਾਇਆ। Now we're gonna learn that this gift of this Holy Spirit came from heaven. It is not by the human beings, but it is by the Lord who created heaven and earth. ਇਸ ਤੋਹਫੇ ਨੂੰ ਆਪਾਂ ਕਿੱਦਾਂ ਪ੍ਰਾਪਤ ਕਰ ਸਕਦੇ ਤੇ ਕਿੱਦਾਂ ਯੂਜ਼ ਕਰ ਸਕਦੇ ਹਾਂ। How we can receive this gift and how we can use it. ਤੇ ਇਹ ਤੋਹਫਾ ਸਾਨੂੰ ਸ਼ਕਤੀ ਦਿੰਦਾ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਅੱਗੇ ਵਧਣ ਲਈ। And this gift gave us a power to do the works in Lord's presence, in His ਜਿੱਦਾਂ house. ਬ੍ਰਦਰ ਜੀ ਨੇ ਐਨਕਰੇਜ ਸਾਨੂੰ ਕੀਤਾ ਸਾਰਿਆਂ ਨੂੰ ਕਿ ਤੋਹਫੇ ਸਾਰੇ ਹੈਗੇ ਆ ਹਨਾ, ਇਹ ਤੋਹਫੇ ਉੱਥੋਂ ਹੀ ਆਏ ਆ। ਹਾਲੇਲੂਇਆ। ਅਜੇ ਆਪਾਂ ਨੂੰ ਬਹੁਤ ਹੋਰ ਲੋੜ ਆ। And as brothers, he encouraged us for like we all are His gifts, and we all came from far and wide, but we are His gift, but we don't know how to use ourselves. ਅੱਜ ਆਪਾਂ 7 ਇਦਾਂ ਦੇ ਸਟੈਪ ਦੇਖਾਂਗੇ ਕਿ ਆਪਾਂ ਦੂਜੀਆਂ ਬੋਲੀਆਂ ਨੂੰ ਪ੍ਰਾਪਤ ਕਰਕੇ ਬੋਲਣ ਵਿੱਚ ਜਿਹੜੇ ਸਾਡੀ ਭਰਪੂਰੀ ਦਾ ਆਤਮਿਕ ਜੀਵਨ ਜੀਣ ਦੇ ਵਿੱਚ ਮਦਦ ਕਰਨਗੇ। And we're gonna learn about 7 steps that can help us to live with the life according to Lord and according to Holy Spirit. ਅਸੀਂ ਇਹਨੂੰ ਪ੍ਰਾਪਤ ਕਰਕੇ ਦੂਜਿਆਂ ਦੀ ਮਦਦ ਕਰ ਸਕਾਂਗੇ। And once we receive it, we can help someone else. ਇਹ ਮਲਟੀਪਲਾਈ ਹੁੰਦਾ ਆ। And this gift can be multiplied. ਹਾਲੇਲੂਇਆ। ਕਿੰਨੀ ਬਰਕਤ ਆ, ਇੱਕ ਕੋਲ ਹੋਵੇ ਤਾਂ ਕਿੰਨੇ ਜਾਣੇ ਪਾ ਸਕਦੇ ਆ। And ਹਾਲੇਲੂਇਆ। if one person have this gift, he can share with others ਤੇ too. ਇਹਦੇ ਨਾਲ ਸਰੀਰ ਚਰਚ ਤਰੱਕੀ ਕਰਦਾ, ਪ੍ਰਭੂ ਦਾ ਸਰੀਰ ਤਰੱਕੀ ਕਰਦਾ ਹੈ। And Lord's house get magnified with this. ਹੁਣ ਆਪਾਂ ਪਹਿਲਾ ਪੁਆਇੰਟ ਦੇਖਦੇ ਹਾਂ, Now we're gonna see first point. ਐਕਨੋਲੇਜ ਦਾ ਗਿਫਟ ਆਫ ਹੋਲੀ ਸਪਿਰਿਟ। Acknowledge the gift of Holy Spirit. ਆਪਾਂ ਇਹਨੂੰ ਜਾਣਨਾ ਆ ਪਵਿੱਤਰ ਆਤਮਾ ਦੇ ਤੋਹਫੇ ਨੂੰ ਵੀ ਇਹ ਹੈ ਕੀ ਆ, We need to acknowledge that what is the gift of Holy ਇਹ Spirit ਕਿੱਦਾਂ ਸਾਨੂੰ ਮਿਲਦਾ ਆ। and how we can receive it. ਜਿਸ ਤਰ੍ਹਾਂ ਆਪਾਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ, As we all believed on Lord Jesus. ਜਦੋਂ ਅਸੀਂ ਐਜ਼ ਸਾਡਾ ਪਰਸਨਲ ਪਰਮੇਸ਼ਰ ਨੂੰ ਐਕਸੈਪਟ ਕੀਤਾ, ਇਹ ਨਹੀਂ ਕਿ ਕਿਸੇ ਨੇ ਜ਼ੋਰ ਲਾ ਕੇ ਕਰਾਤਾ। And it is not by the force of someone else, but it was us who believed on Him. ਜਦੋਂ ਦਿਲ ਖੋਲਿਆ, ਪਰਮੇਸ਼ਰ ਨੇ ਆਪਣਾ ਰੂਹ ਸਾਡੇ ਅੰਦਰ ਭੇਜ ਦਿੱਤਾ, ਤੋਹਫਾ। And at the moment we open our heart and Lord give us His gift. His ਅਸੀਂ Holy ਉਸੇ Spirit. ਦਿਨ ਹੀ ਇਸ ਤੋਹਫੇ ਨੂੰ ਸਵੀਕਾਰ ਕਰ ਲਿਆ। And at the same day we accepted this gift. ਜਿਨ੍ਹਾਂ ਨੇ ਨਹੀਂ ਕੀਤਾ, ਜਿਹੜਾ ਵੀ ਵਚਨ ਸੁਣਦਾ ਆ ਜਾਂ ਸੁਣੂਗਾ, ਉਹਨੂੰ ਵੀ ਇਸ ਤੋਹਫੇ ਦੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਤੋਹਫਾ ਸਾਨੂੰ ਭਰਪੂਰੀ ਦੇ ਜੀਵਨ ਵੱਲ ਲੈ ਕੇ ਜਾਂਦਾ ਹੈ। And whoever haven't received it yet should accept and receive this gift, because this gift take us to the eternal life. ਹੁਣ ਖੁਸ਼ਖਬਰੀ ਦੱਸਦੇ ਕਿ ਇਹ ਤੋਹਫਾ ਜਿਹੜਾ ਆ, ਮੈਂ ਵਿਸ਼ਵਾਸ ਕਰਦੀ ਕਿ ਆਪਣੇ ਸਾਰਿਆਂ ਦੇ ਕੋਲ ਉਪਲਬਧ ਆ, ਹੈਗਾ ਆ। And I believe that this gift is in all of us, inside us. ਹੈਗਾ ਆ, ਪਰ ਆਪਾਂ ਨੂੰ ਪਤਾ ਨਹੀਂ ਕਿ ਉਪਲਬਧ ਹੈਗਾ ਕਈਆਂ ਨੂੰ। We have it, but we don't know that it is available for us. ਹਾਲੇਲੂਇਆ। Hallelujah. ਹਾਲੇਲੂਇਆ। ਆਪਾਂ ਪੜਾਂਗੇ ਚੇਲਿਆਂ ਦਾ ਕਰਤੱਵ ਦਾ 2 ਚੈਪਟਰ ਦਾ 30 ਵਰਸ 38. 238। ਪਤਰਸ ਨੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਮੁੜੇ ਅਤੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲਵੇ, ਤਾਂ ਜੋ ਤੁਹਾਡੇ ਪਾਪ ਮਾਫ ਹੋ ਜਾਣ। ਹਾਲੇਲੂਇਆ। Then Peter said to them, Repent and let every one of you be baptized in the name of Jesus Christ for the remission of sins. ਬਪਤਿਸਮਾ ਜਿਹੜਾ ਆ, ਇੱਕ ਮੋਹਰ ਲੱਗ ਜਾਂਦੀ ਆ
ਸਾਡੇ ਤੇ ਮਾਫੀ ਤੋਂ ਬਾਅਦ ਪਵਿੱਤਰ ਆਤਮਾ ਦੀ। And baptism is a stamp on us for the Holy Spirit after we forgive our sins. ਕਹਿੰਦਾ ਇਸ ਤੋਂ ਤੁਹਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗੀ। ਜਦੋਂ ਬਪਤਿਸਮਾ ਲੈਂਦੇ ਆ ਉਦੋਂ ਪੱਕਾ ਸਾਡੇ ਤੇ ਮੋਹਰ ਲੱਗ ਜਾਂਦੀ ਕਿ ਸਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗੀ। And he said, and you shall receive the gift of Holy Spirit. Once we are baptized, it is assured that we're going to receive the Holy Spirit too. ਫਿਰ ਯੋਹੰਨਾ 14 ਦੇ 16 ਚ ਲਿਖਿਆ ਆ, 16 ਤੇ 17 ਚ ਲਿਖਿਆ ਆ। In John 16 and 17. 16, 17? ਹਾਂਜੀ, ਆਪਾਂ ਯੋਹੰਨਾ 14 ਦੇ 16 17 ਤੇ ਜੋਇਲ ਨਬੀ 2 ਦਾ 28 ਪੜਾਂਗੇ ਆਪਾਂ। ਇੱਥੇ ਭਵਿੱਖਬਾਣੀ ਆ ਜਿਹੜੀ ਕਿ ਪਰਮੇਸ਼ਰ ਦੇ ਆਤਮਾ ਦੇ ਬਾਰੇ ਜੋਇਲ ਨਬੀ ਨੇ ਕੀਤੀ ਸੀ। ਹਾਲੇਲੂਇਆ। I'm going to read Joel or ਯਾ ਤੁਸੀਂ ਪੜ੍ਹੋ ਹੁਣ ਨਾਉ ਦੇ ਟ੍ਰਾਂਸਲੇਸ਼ਨ ਦਾ। second? ਜੋਇਲ 2:28। 20. ਇਸ ਤੋਂ ਪਿੱਛੋਂ ਮੈਂ ਆਪਣਾ ਆਤਮਾ ਹਰ ਇੱਕ ਉੱਤੇ ਘੱਲਾਂਗਾ, ਤਦ ਤੁਹਾਡੇ ਪੁੱਤਰ ਤੇ ਧੀਆਂ ਅਗੰਮੀ ਵਾਕ ਕਰਨਗੇ, ਤੁਹਾਡੇ ਬੁੱਢੇ ਸੁਪਨੇ ਦੇਖਣਗੇ, ਤੁਹਾਡੇ ਜਵਾਨ ਦਰਸ਼ਨ ਦੇਖਣਗੇ। ਇਹ ਜੋਇਲ ਨਬੀ ਨੇ ਪ੍ਰੋਫੈਸੀ ਕੀਤੀ ਸੀ ਪੁਰਾਣੇ ਨੇਮ ਦੇ ਵਿੱਚ ਕਿ ਜਦੋਂ ਪਰਮੇਸ਼ਰ ਆਪਣਾ ਪਵਿੱਤਰ ਆਤਮਾ ਤੁਹਾਡੇ ਤੇ ਘੱਲੂਗਾ ਤੇ ਤੁਹਾਡੇ ਜਿਹੜੇ ਆ ਬੁੱਢੇ ਸੁਪਨੇ ਦੇਖਣਗੇ ਤੇ ਤੁਹਾਡੇ ਜਿਹੜੇ ਨੌਜਵਾਨ ਆ ਅਗੰਮੀ ਵਾਕ ਕਰਨਗੇ। This is the prophecy by Joel, Prophet Joel. He said when Lord will pour out His Holy Spirit on you, and your daughters and your sons will prophesy, and your elders will see the vision. ਇਹ ਵਚਨ ਪੂਰਾ ਹੋਇਆ ਆ। And this word is fulfilled. ਹੁਣ ਯੋਹੰਨਾ ਦੇ 14 ਚੈਪਟਰ ਦਾ 16ਵਾਂ ਤਾਂ 17ਵਾਂ ਵਰਸ ਪੜ੍ਹਦੇ ਆ। John 14, 16 and 17. ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸੱਤ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਅਤੇ ਜਾਣਦਾ ਹੈ, ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ, ਤੁਹਾਡੇ ਵਿੱਚ ਹੋਵੇਗਾ। ਹੁਣ ਆਪਣੇ ਨਾਲ ਰਹਿੰਦਾ ਹੈ, ਆਪਣੇ ਵਿੱਚ ਹੈ। ਇਹ ਵਚਨ 'ਚ ਕਨਫਰਮ ਹੋ ਗਿਆ ਹੈ। ਹਾਲੇਲੂਇਆ। He dwells with us and He is in us, and it is confirmed by the word of God. ਕਹਿੰਦਾ ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ। And He said, I won't let you leave orphans. ਕਦੀ ਕਿਸੇ ਦੇ ਮਾਂ-ਬਾਪ ਨੇ ਕਿਹਾ ਮੈਂ ਤੁਹਾਨੂੰ ਅਨਾਥ ਨਹੀਂ ਛੱਡੂੰਗਾ? Anyone's parents have ever said that I won't let you ਜਦੋਂ leave ਮਾਂ-ਬਾਪ ਮੁੱਕ orphans. ਜਾਂਦੇ ਆ ਬੱਚੇ ਅਨਾਥ ਹੋ ਜਾਂਦੇ ਆ। And whenever the parents passed away, the kids ਪਰਮੇਸ਼ਰ became ਕਹਿੰਦਾ ਮੈਂ orphans. ਅਨਾਥਾਂ ਦਾ ਤੇ ਵਿਧਵਾਵਾਂ ਦਾ ਪਰਮੇਸ਼ਰ ਆ। And Lord said, I am the Lord of orphans and widows. ਇੱਕ ਉਹੋ ਹੀ ਆ ਜਿਹੜਾ ਸਦਾ ਤੱਕ ਸਾਡੇ ਨਾਲ ਰਹਿੰਦਾ ਆ। And He is who stays with us forever and ever. ਇਹਨੂੰ ਐਡਵੋਕੇਟ ਵੀ ਕਿਹਾ ਜਾਂਦਾ ਆ। And Holy Spirit is called advocate too. ਪ੍ਰਭੂ ਸਾਡੇ ਲਈ ਆਏ, ਮਰੇ ਤੇ ਸਵਰਗ ਨੂੰ ਗਏ ਕਿ ਇਹ ਐਡਵੋਕੇਟ, ਇਹ ਮਦਦਗਾਰ ਸਾਨੂੰ ਮਿਲ ਸਕੇ। And Lord came for us, He died for us, and He went to heaven to give us the gift of Holy ਇਹ Spirit. ਤੋਹਫਾ ਭੈਣੋ ਤੇ ਭਰਾਵੋ ਬਹੁਤ ਕੀਮਤੀ ਆ। ਹੀਰਿਆਂ ਤੋਂ, ਮੋਤੀਆਂ ਤੋਂ, ਹਰ ਇੱਕ ਦੁਨੀਆ ਦੀ ਚੀਜ਼ ਤੋਂ ਕੀਮਤੀ ਤੋਹਫਾ ਆ। And brothers and sisters, this gift is very precious. It's precious than material things. ਅਦਭੁਤ ਤੋਹਫਾ ਆ ਤੇ ਇਹਦੇ ਵਿੱਚੋਂ ਜਦੋਂ ਅਸੀਂ ਇਹਨੂੰ ਖੋਲਦੇ ਆ ਨਾ, ਇਹਦੇ ਵਿੱਚੋਂ ਖਜ਼ਾਨੇ ਤੇ ਖਜ਼ਾਨੇ ਤੇ ਖਜ਼ਾਨੇ ਤੇ ਖਜ਼ਾਨੇ ਨਿਕਲਦੇ ਰਹਿੰਦੇ ਆ ਜਦ ਤੱਕ ਅਸੀਂ ਇਸ ਦੁਨੀਆ ਤੇ ਆ। And this is the wonderful gift, and you received treasures and treasures until you are living on this earth. ਇਹ ਇੱਕ ਸਪੀਕਰ ਆ, ਤੁਹਾਡੇ ਲਈ ਬੋਲਦਾ ਆ। And Holy Spirit is a speaker for ਤੁਹਾਡੇ you. ਹੱਕ ਵਿੱਚ ਗੱਲ ਕਰਦਾ ਆ। And it talk in your favor. ਇੱਕ ਵਕੀਲ ਆ, It is your advocate. ਇੱਕ ਪਾਰਟੀ ਕਹਿ ਲਓ ਜਿਹੜੀ ਮਤਲਬ ਤਕੜੀ ਪਾਰਟੀ ਆ, ਪਰਮੇਸ਼ਰ ਤੁਹਾਡੇ ਨਾਲ ਆ। And Holy Spirit is a powerful ਇੱਕ party. ਵਿਚੋਲਾ ਕਹਿ ਲਓ ਜਿਹੜਾ ਪਰਮੇਸ਼ਰ ਤੇ ਤੁਹਾਡੇ ਨਾਲ ਉਧਰ ਉਧਰ ਹੀ ਗੱਲਬਾਤ ਕਰਨ 'ਚ ਮਦਦ ਕਰਦਾ And ਆ। He is a mediator between you and God. ਹਾਲੇਲੂਇਆ। ਜੋ ਪਰਮੇਸ਼ਰ ਦੇ ਨਾਲ ਸੰਗਤੀ ਕਰਨ ਦੇ ਵਿੱਚ ਸਾਡੀ ਮਦਦ ਕਰਦਾ ਹੈ। ਹਾਲੇਲੂਇਆ। And it helps us in the fellowship of Lord. ਇਹ ਬੋਲਦਾ ਵੀ ਆ ਤੇ ਇਹ ਸੁਣਦਾ ਵੀ ਆ। Holy Spirit talks and can listen too. ਕਈ ਵਾਰੀ ਆਪਣੇ ਘਰ ਦੇ ਨਹੀਂ ਸੁਣਦੇ। And sometimes our parents doesn't listen us or others. ਅਸੀਂ ਕਹਿੰਦੇ ਹੁੰਨੇ ਆ, ਮੈਂ ਹੀ ਕਹਿੰਦੀ ਹੁੰਨੀ ਆ, ਬੋਲਦੇ ਨਹੀਂ। ਉਹ ਬੋਲਦਾ ਆ ਜਦੋਂ ਉਹਨੂੰ ਬੁਲਾਉਨੇ ਆ ਤੇ ਉਹ ਜਵਾਬ ਦਿੰਦਾ ਆ। And ਹਾਲੇਲੂਇਆ। our Lord hear us whenever we seek Him, and He reply us too. ਹਾਲੇਲੂਇਆ। ਇਹ ਪਰਮੇਸ਼ਰ ਦੀ ਆਵਾਜ਼ ਸੁਣਨ ਵਿੱਚ ਸਾਡੀ ਮਦਦ ਕਰਦਾ ਹੈ।
And Holy Spirit, help us to listen the voice of ਹੁਣੇ God. ਮੈਂ ਤੁਹਾਨੂੰ ਦੱਸ ਕੇ ਗਈ ਕਿ ਇੱਥੇ ਸਿਸਟਰ ਜੀ ਨੇ ਬਸ ਇਹੀ ਕਿਹਾ ਸੀ ਕਿ ਪਵਿੱਤਰ ਆਤਮਾ ਆਉਣ ਵਾਲਾ ਆ। ਪਰਮੇਸ਼ਰ ਨੇ ਕਿਹਾ ਕਿ ਇਹ ਵਚਨ ਬਹੁਤ ਜ਼ਰੂਰੀ ਆ। ਸਾਨੂੰ ਪਤਾ ਪਵਿੱਤਰ ਆਤਮਾ ਦੇ ਬਾਰੇ, ਪਰ ਸਾਨੂੰ ਸਿੱਖਣਾ ਬਹੁਤ ਜ਼ਰੂਰੀ ਆ ਤਾਂ ਜੋ ਸਾਡੇ ਅੰਦਰ ਹਲਚਲ ਹੋਵੇ ਤੇ ਅਸੀਂ ਉਸ ਤੋਹਫੇ ਦੇ ਲਈ ਤਿਆਰ ਹੋ ਜਾਈਏ। As Sister Lee said that the Pentecostal days are coming, and it is very important for us that we should learn about Holy Spirit. We should recall the Holy Spirit so that we should be ready. ਹੁਣ ਆਪਾਂ ਵਚਨਾਂ ਦੇ ਵਿੱਚ ਹੀ ਸਾਰਾ ਕਨਫਰਮ ਕਰਨਾ ਹੈ, ਜਿੱਦਾਂ ਪਾਸਟਰ ਜੀ ਨੇ ਸਾਨੂੰ ਸਿਖਾਇਆ। ਅਸੀਂ ਬਿਲਕੁਲ ਉਦਾਂ ਹੀ ਕਰਦੇ ਕਿ ਵਚਨਾਂ ਤੋਂ ਬਾਹਰ ਜਾ ਕੇ ਵਚਨ ਨਹੀਂ ਪ੍ਰਚਾਰ ਕਰਦੇ। And it is confirmed in the word, and we never preached which is never nothing in the word. ਤਾਂ ਜੋ ਸਾਰਿਆਂ ਦੀ ਤਸੱਲੀ ਹੋ ਜਾਵੇ ਕਿ ਪਰਮੇਸ਼ਰ ਹੀ ਬੋਲਦਾ ਆ, ਬੰਦਾ ਨਹੀਂ ਬੋਲਦਾ। It is for the assurance everyone that we should know that it is the Lord who is talking. ਅਸੀਂ ਇੱਥੇ ਪਰਮੇਸ਼ਰ ਨੂੰ ਸੁਣਨਾ ਆ ਤੇ ਅਸੀਂ ਇੱਥੇ ਪਰਮੇਸ਼ਰ ਨੂੰ ਰਿਸੀਵ, ਉਹਦੇ ਤੋਂ ਵਚਨ ਰਿਸੀਵ ਕਰਨਾ ਆ, ਕਿਸੇ ਬੰਦੇ ਨੂੰ ਮਿਲਣ ਨਹੀਂ ਆਏ। And here we came to listen the word of God, not any human being. ਯੋਹੰਨਾ ਦੇ 16ਵੇਂ ਚੈਪਟਰ ਦਾ 7ਵਾਂ ਵਰਸ ਪੜ੍ਹਦੇ ਆ। ਪਰ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਵੰਦ ਹੈ ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਜਾਵੇਗਾ, ਤੁਹਾਡੇ ਕੋਲ ਨਹੀਂ ਆਵੇਗਾ। Nevertheless, I tell you the truth, it is your advantage that I go away, for if I do not go away, the Helper will not come to you. But if I depart, I will send him to you. ਕਹਿੰਦੇ ਜੇ ਮੈਂ ਜਾਵਾਂ ਸਵਰਗ ਨੂੰ ਤਾਂ ਤੁਹਾਡੇ ਕੋਲ ਆਵੇਗਾ। ਇਹ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਮੂੰਹ ਦੇ। And it is the word of Lord Jesus. ਹੁਣ ਉਹਨਾਂ ਦੇ ਜੀਵਨ ਦਾ ਆਪਾਂ ਦੇਖਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰਭੂ ਯਿਸੂ ਦਾ ਮਕਸਦ ਕੀ ਸੀ? ਸਾਡੇ ਲਈ ਆਉਣਾ, ਸਾਡੇ ਲਈ ਜੀਣਾ, ਸਾਡੇ ਲਈ ਮਰਨਾ ਤੇ ਸਾਡੇ ਲਈ ਭੇਜਣਾ। And now we see what was the purpose of Lord Jesus' life. He came for us, He died for us, and He sent the Helper for us. ਹੁਣ ਉਹ ਸਾਡੇ ਕੋਲੋਂ ਵੀ ਕੁਝ ਮੰਗ ਕਰਦੇ ਕਿ ਮੇਰੇ ਬੱਚੇ ਵੀ ਥੋੜਾ ਜਿਹਾ ਐਫਰਟ ਪਾਉਣ ਕਿ ਮੈਂ ਇਹਨਾਂ ਨੂੰ ਉਹ ਬਰਕਤਾਂ ਦੇ ਸਕਾਂ ਜਿਨ੍ਹਾਂ ਕਰਕੇ ਮੈਂ ਆਪਣੀ ਜਾਨ ਦਿੱਤੀ ਆ। And now He asks us to put the effort so that He can give us the blessing that for which He gave His life. ਹਾਂਜੀ, ਹੁਣ ਆਪਾਂ ਦੇਖਦੇ ਹਾਂ ਐਕਟ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਚੌਥਾ ਤੇ 5ਵਾਂ ਵਰਸ ਪੜ੍ਹਦੇ ਹਾਂ। ਪਰਮੇਸ਼ਰ ਨੇ ਇੱਥੇ ਇੱਕ ਆਗਿਆ ਦਿੱਤੀ ਆ। ਕਹਿੰਦੇ ਉਦੋਂ ਤੱਕ ਯਰੂਸ਼ਲਮ ਨੂੰ ਨਹੀਂ ਛੱਡਣਾ ਜਦੋਂ ਤੱਕ ਪਿਤਾ ਤੁਹਾਨੂੰ ਤੋਹਫਾ ਨਹੀਂ ਭੇਜਦਾ। ਉਦੋਂ ਤੱਕ ਜਾਣਾ ਨਹੀਂ ਸ਼ਹਿਰ ਦੇ ਵਿੱਚੋਂ। ਪ੍ਰਭੂ ਯਿਸੂ ਨੇ ਕਿਹਾ ਆਪਣੇ ਉੱਪਰ ਉਠਾਈ ਜਾਣ ਤੋਂ ਬਾਅਦ ਤੁਸੀਂ ਨਹੀਂ ਜਾਣਾ ਜਿੰਨੀ ਦੇਰ ਪਵਿੱਤਰ ਆਤਮਾ ਤੁਹਾਡੇ ਉੱਤੇ ਨਹੀਂ ਉਤਰਦਾ, ਤੁਸੀਂ ਨਹੀਂ ਜਾਣਾ। And He commanded them not to depart from Jerusalem, but to wait for the promise of the Father. ਕਿਉਂਕਿ ਉਹਦਾ ਵਾਅਦਾ ਸੀ, ਉਹ ਵਾਅਦੇ ਦਾ ਸੱਚਾ ਪਰਮੇਸ਼ਰ ਆ। Because He is the Lord of promises. ਉਹਨਾਂ ਆਪਾਂ ਐਕਟ ਦੇ ਪਹਿਲੇ ਚੈਪਟਰ ਦਾ ਚੌਥਾ 5ਵਾਂ ਤੁਸੀਂ ਪੜ੍ਹ ਲੈਣਾ। ਮੈਂ ਸ਼ਾਰਟਕਟ ਦੱਸ ਦਿੰਦੀ ਕਿਉਂਕਿ ਆਪਾਂ ਵਚਨ ਸਿੱਖਣਾ ਆ। ਇਹ ਤੁਸੀਂ ਆਪ ਪੜ੍ਹ ਸਕਦੇ ਆ। ਹਾਲੇਲੂਇਆ। And you can read by yourselves for Acts 1 verse 4 and 5. ਉਹਨਾਂ ਨੇ ਕਿਹਾ ਕਿ ਉਹ ਵਚਨ ਜਿਹੜਾ ਪਿਤਾ ਵੱਲੋਂ ਆਇਆ ਜੋਇਲ ਨਬੀ ਦੇ ਵਿੱਚ ਤੇ ਯੋਹੰਨਾ ਦੇ ਵਿੱਚ, ਉਹਨੂੰ ਪੂਰਾ ਹੋਣ ਦੀ ਉਡੀਕ ਕਰਨਾ। ਇੱਥੇ ਕਨਫਰਮ ਹੋਇਆ ਜਦੋਂ ਉਹਨਾਂ ਤੇ ਉਹ ਪਵਿੱਤਰ ਆਤਮਾ ਉਤਰਿਆ ਤੇ ਉਹ ਵਚਨ ਪੂਰਾ ਹੋਇਆ। And the word got fulfilled when they received the Holy Spirit. ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਐਕਟ ਦੇ 5ਵੇਂ ਵਰਸ 'ਚ ਕਿ ਜਦੋਂ ਯੋਹੰਨਾ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ ਤੇ ਪਰ ਜਿਹੜਾ ਪਿੱਛੋਂ ਆਉਣ ਵਾਲਾ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ। For it is written in the word too that John was baptizing with the water, but who was coming after him was going to give us baptism with the Holy Spirit. ਇਹ ਵਚਨ ਜਿਹੜਾ ਹੈ ਪੰਤੇਕੁਸਤ ਦੇ ਤਿਉਹਾਰ ਵਾਲੇ ਦਿਨ ਪੂਰਾ ਹੋਇਆ ਜਦੋਂ ਚੇਲੇ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸੀ। And this word was fulfilled during the day of Pentecostal when all the apostles were assembled together. ਫਿਰ ਜਦੋਂ ਪਵਿੱਤਰ ਆਤਮਾ ਉਤਰਿਆ ਮਤਲਬ ਉਹਨਾਂ ਨੇ ਪ੍ਰਭੂ ਦੀ ਆਗਿਆ ਨੂੰ ਮੰਨਿਆ, ਉੱਥੇ ਇਕੱਠੇ ਹੋਏ ਤੇ ਪਰਮੇਸ਼ਰ ਨੇ ਆਪਣਾ ਵਾਅਦਾ ਪੂਰਾ ਕੀਤਾ। ਆਪਾਂ ਨੂੰ ਪਰਮੇਸ਼ਰ ਦੇ ਵਚਨ ਤੇ ਐਕਟ ਕਰਨਾ ਪੈਣਾ। And they obey the commandments of Lord. The Holy Spirit came and the promise got fulfilled. So we have to obey His commandments too. ਹੁਣ ਜਦੋਂ ਉਤਰਿਆ ਤੇ ਲੋਕ ਦੇਖ ਕੇ ਕਹਿਣ ਲੱਗੇ ਕਿ ਇਹਨਾਂ ਨੇ ਕਿੱਦਾਂ ਇਹ ਦੂਜੀਆਂ ਬੋਲੀਆਂ, ਕਿਤੇ ਇਹਨਾਂ ਨੇ ਸ਼ਰਾਬ ਤਾਂ ਨਹੀਂ ਪੀਤੀ, ਉਤਲ-ਪੁਤਲ ਬੋਲ ਰਹੇ ਆ ਸਵੇਰੇ ਸਵੇਰੇ। And when they received the Holy Spirit, they start speaking in different tongues, and people were asking like, are they drunk? Why are they speaking in these tongues? What are they saying? ਜਦੋਂ ਨਵੇਂ ਆਪਾਂ ਵੀ ਪ੍ਰਭੂ ਚਾਹੇ ਆਪਾਂ ਨੂੰ ਲੱਗਦਾ ਕਿ ਇਹ ਕੀ ਬੋਲ ਰਹੇ ਆ, ਪੰਜਾਬੀ ਹੈਗੇ ਆ ਨਾ ਇੰਗਲਿਸ਼ ਬੋਲਦੇ, ਕੀ ਬੋਲਣ ਡਏ ਆ।
And when we were new and fresh, we were like, okay, what are they talking about? They're not talking in Punjabi or English, but they're talking in different languages. ਪਤਰਸ ਨੇ ਉਸ ਵੇਲੇ ਉੱਠ ਕੇ ਉਹਨਾਂ ਨੂੰ ਕਿਹਾ, ਐਕਟ ਦੇ ਦੂਜੇ ਚੈਪਟਰ ਦੇ 14 ਤੋਂ 17 ਤੱਕ ਆਪਾਂ ਪੜ੍ਹ ਲੈਂਦੇ ਹਾਂ। ਤਦ ਪਤਰਸ ਨੇ ਦੂਜੇ 11 ਪ੍ਰਮੁੱਖ ਚੇਲਿਆਂ ਦੇ ਨਾਲ ਖੜੇ ਹੋ ਕੇ ਉੱਚੀ ਆਵਾਜ਼ ਨਾਲ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ, ਯਹੂਦੀ ਭਰਾਵੋ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਮੇਰੇ ਕੋਲ ਤੁਹਾਡੇ ਲਈ ਇੱਕ ਜਾਣਕਾਰੀ ਹੈ। ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ। But Peter, standing up with the 11, raised his voice and said to them, Men of Judea and all who dwell in Jerusalem, let this be known to you and heed my words. ਇੱਥੇ ਜਦੋਂ ਮੈਂ ਇਹ ਪੜ੍ਹ ਰਹੀ ਸੀ, ਇੱਕਦਮ ਪਵਿੱਤਰ ਆਤਮਾ ਨੇ ਇਹ ਵਚਨ ਖੋਲ੍ਹਿਆ ਕਿ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਸੀ, ਹੈ ਨਾ, ਜਦੋਂ ਉਹਨੇ ਪ੍ਰਭੂ ਨੇ ਕਿਹਾ ਸੀ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਕਿ ਮੈਂ ਕੌਣ ਆ, ਤੇ ਪਤਰਸ ਨੇ ਕਿਹਾ ਸੀ ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਹੋ। And this word was given to like Sister G when she was reading this verse. That she reminded that the Lord asked Peter, like, who you think I am? And Peter said, you are the Son of living God. ਜਦੋਂ ਉਹਨੇ ਇਹ ਕਿਹਾ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਪਤਰਸ ਤੂੰ ਇਹ ਚਟਾਨ ਆ ਜਿਹਦੇ ਤੇ ਮੈਂ ਆਪਣੀ ਕਲੀਸਿਆ ਉਸਾਰਾਂਗਾ। And when Peter said that, Lord Jesus replied to him, Peter, you are a stone on which I'm gonna build my church. ਤੇ ਇੱਥੇ ਕੀ ਹੋਇਆ? ਇੱਥੇ ਪਤਰਸ ਨੇ ਜਦੋਂ ਪਵਿੱਤਰ ਆਤਮਾ ਉਤਰਿਆ, ਸ਼ਕਤੀ ਪ੍ਰਾਪਤ ਕਰਕੇ ਪਹਿਲੀ ਪ੍ਰੀਚਿੰਗ ਉਹਨੇ ਕੀਤੀ ਆ। ਇਹ ਮੈਨੂੰ ਖੁੱਲਿਆ ਵਚਨ, ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਕਿ ਉਹਨੇ ਪ੍ਰਚਾਰ ਕਰਨਾ ਉਸੇ ਵੇਲੇ ਸ਼ੁਰੂ ਕਰ ਦਿੱਤਾ। ਹਾਲੇਲੂਇਆ। And when during the day of Pentecostal they received the Holy Spirit, it was the Peter who preached the first. ਹੁਣ ਜੇ ਤੁਸੀਂ ਕਿਸੇ ਨੂੰ ਵਚਨ ਸ਼ੇਅਰ ਕਰਨਾ ਚਾਹੁੰਦੇ, ਕਿਤੇ ਜਾਣਾ ਚਾਹੁੰਦੇ, ਦੱਸਣਾ ਚਾਹੁੰਦੇ ਲੋਕ ਬਚਾਏ ਜਾਣ, ਤਾਂ ਪਹਿਲਾਂ ਪਵਿੱਤਰ ਆਤਮਾ ਨਾਲ ਭਰੋ। ਹਾਲੇਲੂਇਆ। And if you want to share the word with others and you want to save the others, you should be filled with Holy Spirit. ਆਮੇਨ। ਕਹਿੰਦਾ ਇਹ ਲੋਕੀ ਨਸ਼ੇ ਵਿੱਚ ਨਹੀਂ ਗਏ, ਕਹਿੰਦਾ ਤੁਸੀਂ ਸੋਚ ਰਹੇ ਆ ਪਰ ਅਜੇ ਤਾਂ ਸਵੇਰ ਦੇ 9 ਹੀ ਵਜੇ ਆ। ਕਹਿੰਦੇ ਕਿ ਇਹ ਜੋਇਲ ਨਬੀ ਦਾ ਤੇ ਜਿਹੜਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਵਚਨ ਯੋਹੰਨਾ ਦੇ ਵਿੱਚ ਕਿਹਾ ਸੀ, ਇਹ ਉਹ ਵਚਨ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਗਏ ਪੂਰਾ ਹੋਇਆ ਹੈ। And he said that these people are not drunk, but they are filled with Holy Spirit. That's why they are talking in different tongues. And over here, the word of Prophet Joel and Prophet John was fulfilled. ਇਹ ਵਚਨ ਹੀਰਿਆਂ ਤੋਂ ਕੀਮਤੀ ਆ, ਇਹ ਵਚਨ ਖੁੱਲਦਾ ਆ, ਇਹ 'ਚ ਖਜ਼ਾਨੇ ਆ। ਤੇ ਇਸ ਵਚਨ ਨੂੰ ਪੜ੍ਹੀਏ ਤੇ ਇਹਦੇ ਤੋਂ ਸਿੱਖੀਏ ਤੇ ਇਹਦੇ ਤੇ ਐਕਟ ਕਰੀਏ ਭੈਣੋ ਤੇ ਭਰਾਵੋ। And this word is precious than diamonds. It talks to us and it teaches us. We should read it and we should act upon it. ਹਾਲੇਲੂਇਆ। ਹੁਣ ਪਰਮੇਸ਼ਰ ਨੇ ਸਾਨੂੰ ਪਵਿੱਤਰ ਆਤਮਾ ਸਾਡੇ ਅੰਦਰ ਦਿੱਤਾ ਆ ਜਦੋਂ ਤੁਸੀਂ ਵਿਸ਼ਵਾਸ ਕੀਤਾ ਆ। And Lord put Holy Spirit inside us when we open our heart for Him. ਹੁਣ ਸਾਨੂੰ ਭੀਖ ਮੰਗਣ ਦੀ ਲੋੜ ਨਹੀਂਗੀ, ਪਰ ਸਾਡੇ ਅੰਦਰ ਆਲਰੇਡੀ ਆ ਗਿਆ ਆ। And now we don't need to beg for it ਸਵੀਕਾਰ ਕਰਨਾ ਆ, because we already received it. Now we need to accept it. ਹੁਣ ਦੂਜੇ ਨੰਬਰ ਤੇ ਦੂਜਾ ਪੁਆਇੰਟ ਦੇਖਾਂਗੇ, ਬੀ ਰੈਡੀ ਟੂ ਰਿਸੀਵ ਦਾ ਹੋਲੀ ਸਪਿਰਿਟ। ਹੁਣ ਸਾਡੇ ਅੰਦਰ ਆ, ਅਸੀਂ ਉਹਨੂੰ ਲੈਣਾ ਆ। ਅੰਦਰ ਹੈਗਾ ਆ, ਜੇ ਨਹੀਂ ਕੋਈ ਬੋਲਦਾ ਅੱਜ ਇਹ ਕਹੋ ਕਿ ਮੈਂ ਉਹਨੂੰ ਲੈਣਾ ਆ। ਤਿਆਰ ਕਰਦੇ ਜਾਈਏ ਆਪਣੇ ਆਪ ਨੂੰ। And on number second, we're gonna see be ready to receive the Holy Spirit. We should always be ready to receive it. ਪਰਮੇਸ਼ਰ ਨੇ ਵਚਨਾਂ ਦੇ ਮੁਤਾਬਕ ਜਿੰਨਿਆਂ ਨੇ ਭੁੱਖ ਪਿਆਸ ਰੱਖੀ ਸਾਨੂੰ ਸਾਰਿਆਂ ਨੂੰ ਦਿੱਤਾ। ਤੁਸੀਂ ਕਈਆਂ ਨੂੰ ਪਰਮੇਸ਼ਰ ਬਪਤਿਸਮੇ ਤੋਂ ਪਹਿਲਾਂ ਹੀ ਦੇ ਦਿੰਦਾ, ਮੈਨੂੰ ਪਹਿਲਾਂ ਹੀ ਮਿਲ ਗਿਆ ਸੀ। And according to His promises, Lord give us His Holy Spirit. So, like Auntie G received it before she was baptized. ਪਰਮੇਸ਼ਰ ਦਿਲਾਂ ਨੂੰ ਦੇਖ ਕੇ ਨਿਆਂ ਕਰਦਾ, ਉਹ ਦੇਖਦਾ ਭੁੱਖ ਪਿਆਸ ਕਿੰਨੀ ਆ, ਲੋੜ ਕਿੰਨੀ ਆ, ਕਿੰਨੀ ਚਾਹਤ ਆ। ਉੱਦਾਂ ਉਸ ਹਿਸਾਬ ਨਾਲ ਸਾਡੀ ਕਿੱਦਾਂ ਦਾ ਸੰਬੰਧ ਤੁਸੀਂ ਪਰਮੇਸ਼ਰ ਨਾਲ ਬਣਾ ਰਹੇ ਆ, ਉਸ ਹਿਸਾਬ ਨਾਲ ਤੁਹਾਡੇ ਤੇ ਬਰਕਤਾਂ ਡਿੱਗਣਗੀਆਂ। ਭੈਣੋ ਤੇ ਭਰਾਵੋ, ਆਪਣੇ ਦਿਲਾਂ ਨੂੰ ਨਰਮ ਕਰੀਏ, ਉਸ ਪਰਮੇਸ਼ਰ ਦੇ ਅੱਗੇ ਲਿਆਈਏ ਜਿਹਦੇ ਨਾਂ ਤੇ ਰਿਸ਼ਤੇਦਾਰਾਂ ਤੋਂ ਗੱਲਾਂ ਸੁਣਦੇ ਆ ਕਿ ਇਹਨਾਂ ਨੇ ਧਰਮ ਬਦਲਿਆ, ਬਲਕਿ ਅਸੀਂ ਧਰਮ ਨਹੀਂ ਬਦਲਿਆ, ਅਸੀਂ ਰੱਬ ਨਾਲ ਰਿਸ਼ਤਾ ਜਾਂ ਰੱਬ ਨਾਲ ਜਾਰੀ ਲਾ ਲਈ ਆ, ਯਿਸੂ ਨਾਲ ਰਿਸ਼ਤਾ ਲਾ ਲਿਆ ਆ। And Lord give us, He seeks our hearts and He give us His blessings according to our acts, according to our hearts. And we don't need to listen from others because we know that we are following the living God. ਇਸ਼ਕਾ ਗਾਉਂਦੀ ਹੁੰਦੀ, ਮੈਨੂੰ ਇੱਕਦਮ ਇਸ਼ਕਾ ਯਾਦ ਆ ਗਈ। He is friend to mine. Yeah, ਮੈਨੂੰ friend of mine. Yeah, and Ishika sing the song that Lord is friend of mine. ਹਾਲੇਲੂਇਆ। ਇਹ ਵਿਸ਼ਵਾਸ ਰੱਖੋ, ਜੇ ਪਰਮੇਸ਼ਰ ਨੇ ਉਹਨਾਂ ਨੂੰ ਇਹ ਦਾਤ ਦਿੱਤੀ ਤਾਂ ਅੱਜ ਮੈਨੂੰ ਵੀ ਦੇਵੇਗਾ, ਜੇ ਮੈਂ ਇੰਤਜ਼ਾਰ ਕਰਾਂਗਾ, ਜੇ ਮੈਂ ਤਿਆਰ ਹੋਵਾਂਗਾ।
And we should believe that if Lord can give it to them, He's gonna give this gift to us as well. But we need to be ready and ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ। and Lord never favor anyone. ਰੋਮਨ 2:11 ਪੜਾਂਗੇ, ਜਿਸ ਤਰ੍ਹਾਂ ਲਿਖਿਆ ਆ ਕਿ ਉਹ ਹਰ ਇੱਕ ਆਦਮੀ, ਉਹ ਹਰ ਇੱਕ ਉਸ ਵਿਅਕਤੀ ਨੂੰ ਦੇਵੇਗਾ ਜੋ ਉਹਨਾਂ ਵਚਨਾਂ ਨੂੰ ਪੂਰਾ ਕਰਦਾ, ਜੋ ਪਰਮੇਸ਼ਰ ਦੇ ਕਾਨੂੰਨ ਮੁਤਾਬਕ ਵਚਨ ਤੇ ਚੱਲਦੇ ਆ। ਉਹਨਾਂ ਨੂੰ ਜਿਹੜਾ ਪੂਰਾ ਕਰਦਾ ਉਹਨੂੰ ਹਰ ਵਿਅਕਤੀ ਨੂੰ ਉਹ ਦੇਊਗਾ। And in Romans 11 and 12, for there is no partiality with God. For as many as have sinned without law will also perish without law. ਜਿਹੜੇ ਵਿਸ਼ਵਾਸ ਕਰਦੇ ਪ੍ਰਭੂ ਯਿਸੂ ਤੇ ਉਹਦੇ ਵਚਨਾਂ ਮੁਤਾਬਕ ਜਿੱਦਾਂ ਸਟੈਪ ਬਾਈ ਸਟੈਪ ਸਿਖਾਇਆ ਜਾਂਦਾ ਆ, ਆਪਣੇ ਚਰਚ 'ਚ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਨਾ ਸਿਖਾਈ ਜਾਂਦੀ ਹੋਵੇ ਪ੍ਰਭੂ ਬਾਰੇ। And for who that those believe in Lord Jesus and act upon according to His commandments. ਪਰ ਇਹ ਇੱਕ ਪਰਮੇਸ਼ਰ ਦਾ ਕਾਨੂੰਨ ਆ ਕਿ ਯਿਸੂ ਮਸੀਹ ਤੇ ਵਿਸ਼ਵਾਸ ਕਰਨਾ ਪੈਣਾ ਆ, ਤਾਂ ਰੱਬ ਦਾ ਆਤਮਾ ਤੁਹਾਡੇ ਅੰਦਰ ਆਉਣਾ ਆ। ਚਾਹੇ ਜਿੰਨੇ ਮਰਜ਼ੀ ਧਰਮ ਦੇ ਕੰਮ ਕਰ ਲਓ ਤੇ ਜਿੰਨੀਆਂ ਮਰਜ਼ੀ ਜੋ ਮਰਜ਼ੀ ਕਰ ਲਓ, ਆਪਾਂ ਹੁਣ ਕਹਿੰਦੇ ਨਹੀਂਗੇ। But there is only one law that you have to put your belief in Lord Jesus. You don't have to do anything according to religion, but you have to put your faith in Lord Jesus. ਹੁਣ ਅਫਸੀਆਂ ਤੇ ਪਹਿਲੇ ਚੈਪਟਰ ਦਾ 13ਵਾਂ ਵਰਸ ਪੜਾਂਗੇ। ਇਸੇ ਤਰ੍ਹਾਂ ਪਿੱਛੋਂ ਤੁਸੀਂ ਵੀ ਮਸੀਹ ਦੁਆਰਾ ਸੱਤ ਦਾ ਸੰਦੇਸ਼ ਸੁਣਿਆ, ਅਰਥਾਤ ਆਪਣੀ ਸ਼ਕਤੀ ਦਾ ਸ਼ੁਭ ਸਮਾਚਾਰ। ਫਿਰ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਅਤੇ ਇਹ ਵੀ ਸਿੱਧ ਕੀਤਾ ਕਿ ਤੁਸੀਂ ਉਸ ਦੇ ਹੋ। ਇਸ ਤਰ੍ਹਾਂ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦੀ ਮੋਹਰ ਆਪਣੇ ਤੇ ਲਾਈ ਆ। ਇਹ ਆਪਣੇ ਸਾਰਿਆਂ ਤੇ ਲੱਗੀ ਆ। ਅਫੀਸ਼ੀਅਨ ਪਹਿਲਾ ਚੈਪਟਰ 13 First 1:13। In Him you also trusted after you heard the word of truth, the gospel of your salvation, in whom also having believed, you were sealed with the Holy Spirit of promise. ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਸਾਨੂੰ ਤੋਹਫਾ ਜਿਹੜਾ ਦਿੱਤਾ ਗਿਆ ਆ, ਹੈ ਨਾ। ਹੁਣ ਅਸੀਂ ਉਹਨੂੰ ਰਿਸੀਵ ਕਰਨਾ। ਜੇ ਕੋਈ ਨਹੀਂ ਬੋਲਦਾ, ਬੋਲੀਆਂ 'ਚ ਕਿਸੇ ਕੋਲ ਹੈ ਨਹੀਂ, ਉਹਨੇ ਰਿਸੀਵ ਕਰਨਾ ਆ ਪਰਮੇਸ਼ਰ ਦੇ ਅੱਗੇ ਦੁਆ ਕਰਕੇ। ਇਹ ਹਾਂ ਹੱਥ ਰੱਖਣਾ ਹੀ ਦਾਤ ਮਿਲਦੀ ਆ, ਪਰ ਤੁਹਾਡਾ ਐਫਰਟ ਵਿੱਚ ਹੋਣਾ ਬਹੁਤ ਜ਼ਰੂਰੀ ਆ। And now we know that this gift is given to us, but we have to acknowledge it, we have to receive it. And we know that we can lay hands to give Holy Spirit to others, but you have to put your faith first. ਕਿਸੇ ਨੂੰ ਸ਼ੱਕ ਹੈਗੀ ਇਸ ਕਮਰੇ 'ਚ ਕਿ ਇਹ ਤੋਹਫਾ ਮੈਨੂੰ ਨਹੀਂ ਮਿਲ ਸਕਦਾ, ਜਿੱਦਾਂ ਵਚਨ ਸੁਣਦੇ ਕਿ ਮਿਲ ਸਕਦਾ ਆ ਮੈਨੂੰ? ਜੇ ਕਿਸੇ ਨੂੰ ਸ਼ੱਕ ਆ ਤਾਂ ਹੱਥ ਖੜਾ ਕਰੇ। Anyone have a doubt that he cannot receive the gift of Holy Spirit? If anyone is in doubt, please put your hand. ਆਪਾਂ ਸਾਰੇ ਵਿਸ਼ਵਾਸ ਕਰਦੇ ਕਿ ਇਹ ਤੋਹਫਾ ਮੇਰੇ ਲਈ ਆ, ਇਹ ਮੈਨੂੰ ਦਿੱਤਾ ਗਿਆ ਆ, ਮੈਂ ਇਹਨੂੰ ਖੋਲ੍ਹਣਾ ਆ। And we all believe that this gift is for me and I'm gonna open this gift. ਹਾਂ, ਆਪਾਂ ਪੜ੍ਹ ਚੁੱਕੇ ਹਾਂ ਐਕਟ ਦੇ ਪਹਿਲੇ ਚੈਪਟਰ ਦੇ ਵਿੱਚ 4-5ਵਾਂ ਵਰਸ ਕਿ ਚੇਲਿਆਂ ਨੂੰ ਕਿਹਾ ਕਿ ਤੁਸੀਂ ਉੱਥੇ ਇਕੱਠੇ ਹੋਣਾ। ਉਹ ਇਕੱਠੇ ਹੋਏ, ਉਸ ਵਚਨ ਮੁਤਾਬਕ ਚੱਲੇ ਤੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਭਰਪੂਰੀ ਦੇ ਨਾਲ ਉਤਰਿਆ ਤੇ ਉਹਨਾਂ ਨੇ ਸ਼ਕਤੀ ਪ੍ਰਾਪਤ ਕੀਤੀ ਆ। And as we read in the Acts chapter 1, 4th and 5th, that there was a commandment for the apostle that you have to gather in Jerusalem, you will have to stay there, and they obey the commandment and they receive the Holy Spirit. ਚੇਲਿਆਂ ਦੇ ਕਰਤੱਵ ਪਹਿਲੇ ਚੈਪਟਰ ਦੇ 8ਵੇਂ ਵਰਸ 'ਚ ਲਿਖਿਆ ਹੈ, ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤਾਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ, ਤਾਂ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆਂ ਵਿੱਚ, ਸਾਰੇ ਸਾਮਰੀਆਂ ਵਿੱਚ ਅਤੇ ਪ੍ਰithvi ਦੀਆਂ ਅੰਤ ਮਹੱਤਾਂ ਤੱਕ ਮੇਰੇ ਸਾਖੀ ਹੋਵੋਗੇ। ਹਾਲੇਲੂਇਆ। But you shall receive power when the Holy Spirit has come upon you, and you shall be witnesses to me in Jerusalem and in all Judea and Samaria and to the end of the earth. ਹੁਣ ਇੱਥੇ ਕਨਫਰਮ ਹੋ ਗਿਆ ਕਿ ਪਵਿੱਤਰ ਆਤਮਾ ਤੋਂ ਬਿਨਾਂ ਅਸੀਂ ਗਵਾਹੀ ਨਹੀਂ ਦੇ ਸਕਦੇ। And it is confirmed here that we cannot be witness except Holy Spirit. ਜਦੋਂ ਅਸੀਂ ਗਵਾਹੀ ਦਿੰਨੇ ਵੀ ਆ, ਕਈ ਵਾਰ ਉਹ ਗਵਾਹੀ ਕੰਮ ਨਹੀਂ ਕਰਦੀ। And sometimes we give our testimonies when it doesn't work. ਹਾਲੇਲੂਇਆ। ਕਿਉਂਕਿ ਸਾਡੇ ਕੋਲ ਉਹ ਸ਼ਕਤੀ ਨਹੀਂ ਗੀ। ਉਹ ਸ਼ਕਤੀ ਜਿਹੜੀ ਆਤਮਾ ਦੀ ਸ਼ਕਤੀ, ਜਦੋਂ ਤੁਸੀਂ ਵਚਨ ਬੋਲਦੇ ਆ ਤੇ ਤੁਹਾਡੇ ਉਹ ਵਚਨ ਸ਼ਕਤੀਸ਼ਾਲੀ ਹੋ ਜਾਂਦੇ ਤੇ ਉਹ ਦੂਜਿਆਂ ਨੂੰ ਛੂ ਜਾਂਦੇ ਆ। Because we don't have that power yet until you receive the Holy Spirit. Once you receive the power of Holy Spirit, your words become powerful. ਇਹ ਇੱਕ ਦਰਿਆ ਆ, ਜਿੱਦਾਂ ਇੱਕ ਸੋਰਸ ਆ, ਜਿੱਦਾਂ ਕਹਿ ਸਕਦੇ ਦਰਿਆ ਆ ਜਿਹੜਾ ਵਹਿੰਦਾ ਆ ਸਾਡੇ ਲਈ। ਬਹੁਤ ਮਤਲਬ ਪਰਮੇਸ਼ਰ ਨੇ ਕਿਰਪਾ ਕੀਤੀ, ਇੰਨਾ ਪਵਿੱਤਰ ਆਤਮਾ ਉਤਰਦਾ ਆ, ਤੁਸੀਂ ਉਹਦੇ ਵਿੱਚ ਭਿੱਜ ਸਕਦੇ ਆ। And it is a river that is flowing, and you can go and dip into it and you can fill with the Holy Spirit. ਹਾਲੇਲੂਇਆ। ਤੀਜੇ ਨੰਬਰ ਤੇ ਆਪਾਂ ਦੇਖਦੇ ਹਾਂ
ਰਿਸੀਵ ਦਾ ਹੋਲੀ ਸਪਿਰਿਟ ਬਾਈ ਲੇਇੰਗ ਹੈਂਡ, ਹੱਥ ਰੱਖਣ ਨਾਲ ਵੀ ਪਵਿੱਤਰ ਆਤਮਾ ਮਿਲਦਾ ਹੈ। On the third point, we're gonna see receive the Holy Spirit by laying your hands ਜਦੋਂ on others. ਚੇਲਿਆਂ ਦੇ ਕਰਤੱਵ ਦੇ 19ਵੇਂ ਚੈਪਟਰ ਦੇ 6ਵੇਂ ਵਰਸ 'ਚ ਲਿਖਿਆ ਆ, ਜਦੋਂ ਪੌਲੁਸ ਨੇ ਉਹਨਾਂ ਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਹਨਾਂ ਤੇ ਉਤਰ ਆਇਆ ਅਤੇ ਉਹ ਬੋਲੀਆਂ ਬੋਲਣ ਲੱਗੇ ਅਤੇ ਅਗੰਮੀ ਵਾਕ ਕਰਨ ਲੱਗੇ। ਮਤਲਬ ਹੱਥ ਰੱਖਣ ਦੇ ਨਾਲ ਅਸੀਂ ਬੋਲੀਆਂ ਵੀ ਬੋਲਾਂਗੇ, ਅਸੀਂ ਭਵਿੱਖਬਾਣੀਆਂ ਵੀ ਕਰਾਂਗੇ ਜਦੋਂ ਬਪਤਿਸਮਾ ਉਤਰੂਗਾ। 19. Acts 19 ਦਾ 6। And when Paul had laid hands on them, the Holy Spirit came upon them, and they spoke with tongues and prophesied. ਹੁਣ ਤਿਮੋਥੀਅਸ, ਪਹਿਲਾ ਤਿਮੋਥੀਅਸ 4 ਦੇ 14 'ਚ ਲਿਖਿਆ ਆ, ਤੂੰ ਆਪਣੀਆਂ ਉਹਨਾਂ ਆਤਮਿਕ ਦਾਤਾਂ ਨੂੰ ਵੱਲੋਂ ਮੂੰਹ ਨਾ ਮੋੜ ਜੋ ਤੈਨੂੰ ਤੇਰੇ ਪਰਮੇਸ਼ਰ ਦੇ ਬੰਦਿਆਂ ਦੇ ਹੱਥ ਰੱਖਣ ਸਮੇਂ ਦਿੱਤੀਆਂ ਗਈਆਂ ਸਨ। And it is written in Timothy that you should not turn your face away from those spiritual gifts that was given to you by the laying of hand by the apostles. ਪਹਿਲੇ ਆਪਾਂ ਐਕਟ ਦੇ ਵਰਸ ਦੇ ਵਿੱਚ ਪੜਿਆ ਕਿ ਬੋਲੀਆਂ ਦਾ ਬਪਤਿਸਮਾ ਮਿਲਿਆ ਤੇ ਅਗੰਮੀ ਵਾਕ ਕਰਨ ਦੀ ਸ਼ਕਤੀ ਮਿਲੀ। And in the act first we have read the word that they received the gift of prophecy and the spiritual tongues. ਹੁਣ ਤਿਮੋਥੀਅਸ ਦੇ 4 ਦੇ 14 'ਚ ਆਪਾਂ ਦੇਖਿਆ ਕਿ ਆਤਮਿਕ ਦਾਤਾਂ ਮਿਲੀਆਂ, ਆਤਮਿਕ ਦਾਤਾਂ। And in Timothy 4:14 we saw they received spiritual gifts too. ਪਰਮੇਸ਼ਰ ਕਹਿੰਦਾ ਉਹਨਾਂ ਵੱਲੋਂ ਮੂੰਹ ਨਾ ਮੋੜ। ਕਿੰਨੀ ਜ਼ਰੂਰੀ ਆ ਪ੍ਰਾਰਥਨਾ ਕਰਾਉਣੀ ਤੇ ਉਹਨਾਂ ਬਰਕਤਾਂ ਨੂੰ ਰਿਸੀਵ ਕਰਨਾ ਜੋ ਪਰਮੇਸ਼ਰ ਤੁਹਾਨੂੰ ਉਹਨਾਂ ਦੇ ਦਾਸ ਦੇ ਹੱਥ ਰੱਖਣ ਦੇ ਦੇਣੀਆਂ ਚਾਹੁੰਦਾ ਹੈ। And Lord says, do not turn your face away from those spiritual gifts that are given by the Lord. ਇਹ ਬੰਦੇ 'ਚ ਨਹੀਂ, ਹਾਂ ਬੰਦੇ ਨੂੰ ਪਰਮੇਸ਼ਰ ਯੂਜ਼ ਕਰਦਾ, ਪਰ ਕੰਮ ਪਰਮੇਸ਼ਰ ਦਾ ਆ। ਤੁਹਾਡੇ ਦਿਲ ਦੇਖ ਕੇ ਉਹ ਜਦੋਂ ਤੁਹਾਡੇ ਲਈ ਦੁਆ ਕਰਦੇ, ਕੀ ਤੁਹਾਡਾ ਦਿਲ ਉਹ ਲੈਣ ਨੂੰ ਤਿਆਰ ਆ? ਤੁਸੀਂ ਉਹ ਰਿਸੀਵ ਕਰ ਰਹੇ ਹੋ? Though Lord works through human beings, but it is your faith who will act and receive the Holy Spirit with the help of other person who is laying ਇੱਥੇ ਆਪਾਂ hands. ਦੇਖਦੇ ਕਿ ਆਤਮਾ 'ਚ ਵਧਣ ਦੀ ਵੀ ਸਾਡੀ ਮਦਦ ਹੁੰਦੀ ਆ ਦੁਆਵਾਂ ਦੇ ਰਾਹੀਂ। And we can see with the prayers help us to grow in the Holy Spirit. ਪਰ ਇਹ ਬਚਨ ਹੁੰਦਿਆਂ ਹੋਇਆਂ ਵੀ ਬਹੁਤ ਲੋਕ ਜਿਹੜੇ ਅਸਫਲ ਆ ਇਹਨਾਂ ਚੀਜ਼ਾਂ 'ਚ। ਦੁੱਖ ਆ ਅੱਜ ਦੇ ਦਿਨ। And but though they receive the word, but they still are away from it, and they are in their sorrows and pains. ਆਪਾਂ ਪਹਿਲਾ ਤਿਮੋਥੀਅਸ 1 ਦਾ 6 ਤੇ 7 ਪੜ੍ਹਦੇ ਹਾਂ। ਪਰ ਕੁਝ ਲੋਕ ਇਸ ਦੀ ਪੈਰਵੀ ਕਰਨ ਵਿੱਚ ਅਸਫਲ ਰਹੇ, ਇਸ ਲਈ ਉਹ ਕੁਰਾਹੇ ਪੈ ਕੇ ਫੋਕੀ ਸ਼ਬਦਾਂ ਦੀ ਬਹਿਸ ਵਿੱਚ ਗਵਾਚ ਗਏ। ਉਹ ਨੇਮ ਸ਼ਾਸਤਰ ਦੇ ਸਿੱਖਿਅਕ ਬਣਨ ਦੇ ਚਾਹਵਾਨ ਸਨ। ਉਹ ਆਪ ਹੀ ਨਾ ਤਾਂ ਆਪਣੇ ਸ਼ਬਦਾਂ ਅਤੇ ਨਾ ਆਪਣੇ ਵਿਸ਼ਿਆਂ ਦੇ ਅਰਥ ਸਮਝਦੇ ਹਨ, ਜਿਨ੍ਹਾਂ ਬਾਰੇ ਉਹ ਬੜੇ ਭਰੋਸੇ ਨਾਲ ਬੋਲਦੇ ਹਨ। ਕੁਝ ਲੋਕ ਹੈਗੇ ਜਿਹੜੇ ਇਦਾਂ ਦੇ ਵਚਨ ਦੇ ਹੁੰਦਿਆਂ ਹੋਇਆਂ ਹੀ ਉਹ ਗਵਾਚ ਗਏ। ਉਹ ਕੰਮ ਕਰਦੇ ਜਿਹੜੇ ਦੁਨੀਆ ਕਰ ਰਹੀ ਹੈ। And there are some people that who read the word, but they don't act upon according to the word. They are just they are lost in the wilderness of the world. ਉਹ ਬਹਿਸ ਕਰਦੇ ਆ ਵਚਨਾਂ ਦੇ ਦੂਸਰਿਆਂ ਦੇ ਨਾਲ। ਉਹ ਦੂਜਿਆਂ ਨੂੰ ਵਚਨ ਵੀ ਦੱਸਦੇ ਆ, ਬਹਿਸ ਵੀ ਕਰਦੇ ਆ, ਪਰ ਉਹ ਆਪਣੇ ਆਪ ਨੂੰ ਦੇਖਦੇ ਨਹੀਂ ਕਿ ਮੈਂ ਕੀ ਕਰ ਰਿਹਾ ਆ। ਉਹ ਕੰਮ ਕਰ ਰਹੇ ਆ ਜਿਹੜੇ ਕਿ ਨਹੀਂ ਪ੍ਰਭੂ ਕਹਿੰਦਾ ਕਰਨੇ ਚਾਹੀਦੇ। And they argue upon the word of God, and they try to teach others, but they don't see themselves that they are not acting upon it. ਉਹ ਜਿਹੜੀਆਂ ਗੱਲਾਂ ਭਰੋਸੇ ਨਾਲ ਬੋਲਦੇ ਆ ਉਹਨਾਂ ਤੇ ਆਪ ਨਹੀਂ ਚੱਲਦੇ। And whatever they say with full assurance, they do not act upon it. ਕਿੰਨੀ ਅੱਜ ਇਹ ਮਤਲਬ ਦੁੱਖ ਵਾਲੀ ਗੱਲ ਆ ਕਿ ਮਸੀਹੀ ਲੋਕਾਂ ਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ, ਆਪਣਾ ਲਹੂ ਦਾ ਤੁਪਕਾ ਬਹਾ ਕੇ ਉਹ ਤੋਹਫਾ ਦਿੱਤਾ। ਰੱਬ ਸਾਡੇ ਨਾਲ ਆ, ਰੱਬ ਸਾਡੇ ਅੰਦਰ ਆ, ਅਸੀਂ ਉਹਦੇ ਮੰਦਰ ਬਣ ਗਏ। ਹਾਲੇਲੂਇਆ। And it is a wonderful thing that Lord gave us, that Lord died for us, and He washed our sins with His blood, and we are become His chosen ones. And ਅਸੀਂ ਇਨਸਾਨ ਆ, ਸਾਡੇ ਵਿੱਚ ਕਮਜ਼ੋਰੀਆਂ, ਅਸੀਂ ਪਰਫੈਕਟ ਨਹੀਂ ਹੋ ਸਕਦੇ ਇਸ ਧਰਤੀ ਤੇ, ਪਰ ਅਸੀਂ ਲੱਗੇ ਹੋਏ ਆ। And we are human beings, and we are full with weaknesses. We can never be perfect, but we will have to try. ਹਾਲੇਲੂਇਆ। ਪਰਮੇਸ਼ਰ ਆਪ ਸਾਡੀਆਂ ਕਮਜ਼ੋਰੀਆਂ 'ਚ ਸਾਡੀ ਮਦਦ ਕਰਦਾ ਹੈ। And Lord will help us in our weaknesses. ਹਾਲੇਲੂਇਆ। ਹੁਣ ਆਪਾਂ ਚੇਲਿਆਂ ਦੇ ਕਰਤੱਵ ਦਾ 8ਵੇਂ ਚੈਪਟਰ ਦਾ 18ਵਾਂ ਵਰਸ ਪੜਾਂਗੇ। ਜਦੋਂ ਕਈ ਲੋਕ ਇਦਾਂ ਦੇ ਵੀ ਆ, ਉਹ ਕੀ ਕਰਦੇ ਆ ਕਿ ਉਹ ਸੋਚਦੇ ਆ ਕਿ ਐਸ ਭੈਣ ਨੇ, ਆਪਾਂ ਤਾਂ ਆਪਣੇ ਤੇ ਐਗਜ਼ਾਮਪਲ ਦੇਵਾਂਗੇ, ਅਸੀਂ ਕਿਸੇ ਤੇ ਉਂਗਲੀ ਨਹੀਂ ਚੱਕ ਸਕਦੇ। ਐਸ ਭੈਣ ਨੇ ਦੁਆ ਕੀਤੀ ਜਾਂ ਐਸ ਭਰਾ ਨੇ ਦੁਆ ਕੀਤੀ
ਤਾਂ ਐਸ ਪਾਸਟਰ ਨੇ ਦੁਆ ਕੀਤੀ ਜਾਂ ਐਸ ਨੇ ਕੀਤੀ, ਇੱਥੇ ਇਹਦੇ ਤੋਂ ਇਹ ਕੰਮ ਹੋਣਾ ਕਿਉਂਕਿ ਫਲਾਣੇ ਦਾ ਇੱਥੋਂ ਹੋਇਆ ਸੀ, ਕਾਈਂਡ ਆਫ ਬਾਬਾ ਜੀ। Yeah, and some people think that, okay, if I will go to certain pastor G or a sister, and if she or he will pray for me, then it will work. ਆ ਬਚਨ ਦੇਖੋ, ਬਚਨ ਬੋਲਦਾ ਆ ਇੱਥੇ, ਕੋਈ ਪਾਸਟਰ ਜਾਂ ਕੋਈ ਭੈਣ ਨਹੀਂ ਬੋਲ ਰਹੀ, ਇਹ ਬਚਨ ਬੋਲਦਾ ਆ, ਜਿੰਦਾ ਵਚਨ ਪਰਮੇਸ਼ਰ ਦਾ ਬੋਲ ਰਿਹਾ ਆ। And here, Lord's living word is talking to us. It's not a human being, but it's His ਹੁਣ ਆਪਾਂ word. ਪੜ੍ਹਦੇ ਚੇਲਿਆਂ ਦੇ ਕਰਤੱਵ 8:18, ਜਦੋਂ ਸਮੌਨ ਨੇ ਵੀ ਇਦਾਂ ਹੀ ਸੋਚਿਆ, ਸਾਡੇ ਭਰਾ ਨੇ ਸਾਡੇ ਨੇ, ਕਹਿੰਦਾ ਜਦੋਂ ਸਮੌਨ ਨੇ ਦੇਖਿਆ ਕਿ ਪ੍ਰਮੁੱਖ ਚੇਲਿਆਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਮਿਲਦੀ ਹੈ ਤਾਂ ਉਹਨਾਂ ਕੋਲ ਪੈਸੇ ਲੈ ਕੇ ਆਇਆ, ਕਹਿਣ ਲੱਗਾ ਮੈਨੂੰ ਵੀ ਸ਼ਕਤੀ ਦਿਓ ਕਿ ਜਿਸ ਕਿਸੇ ਤੇ ਮੈਂ ਹੱਥ ਰੱਖਾਂ ਉਹ ਪਵਿੱਤਰ ਆਤਮਾ ਪ੍ਰਾਪਤ ਕਰੇ। And it is ਕਿੰਨਾ written- ਦੁੱਖ ਦੀ ਗੱਲ ਆ। And it is written in Acts 8:18, and when Simon saw that through the laying on of the apostles' hands the Holy Spirit was given, he offered them money. ਪਤਰਸ ਨੇ, ਮੈਨੂੰ ਲੱਗਦਾ ਕਿ ਉਹ ਭੈਣਾਂ ਨੂੰ ਖਿੱਚ ਗਿਆ ਉਸ ਵੇਲੇ, ਕਹਿੰਦਾ ਤੇਰਾ ਤਾਂ ਤੇਰੇ ਪੈਸਿਆਂ ਦਾ ਨਾਸ਼ ਹੋਵੇ, ਕਿਉਂਕਿ ਭੈਣਾਂ ਛੇਤੀ ਐਕਟ ਕਰ ਜਾਂਦੀਆਂ ਆ ਇਸ ਗੱਲ ਨੂੰ, ਗੁੱਸਾ ਆ ਜਾਂਦਾ ਆ। And Peter got irritated and he cursed him because he was offering him money. ਕਹਿੰਦਾ ਤੂੰ ਪਰਮੇਸ਼ਰ ਦੇ ਮੁਫਤ ਵਰਦਾਨ ਨੂੰ ਪੈਸਿਆਂ 'ਚ ਲੈਣਾ ਚਾਹੁੰਦਾ ਹੈ, ਜਿਹੜਾ ਉਹ ਤੈਨੂੰ ਉਦਾਂ ਹੀ ਦੇ ਰਿਹਾ ਹੈ। And he said, you want to buy the priceless gift of Lord that he just want to give you without money, with your heart. ਐਦਾਂ ਦੇ ਹੀ ਲੋਕ ਆ ਜਿਹੜੇ ਕੁਰਾਹੇ ਪਏ ਹੋਏ ਆ, ਉਹ ਬਚਨ ਪੜ੍ਹਦੇ ਆ, ਬਚਨ ਸੁਣਦੇ ਆ, ਚਰਚ ਜਾਂਦੇ ਆ, ਪਰ ਕੰਮ ਉਹ ਕਰਦੇ ਆ ਜਿਹੜੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ, ਉਹਨਾਂ ਨੂੰ ਆਪ ਨੂੰ ਨਹੀਂ ਸਮਝ ਲੱਗਦੀ, ਕਿਉਂਕਿ ਉਹ ਆਪ ਬਚਨਾਂ ਮੁਤਾਬਕ ਨਹੀਂ ਚੱਲ ਰਹੇ। And these are the people who are lost. They read the word but they don't act according to the word. ਜਿਨ੍ਹਾਂ ਬਾਰੇ ਉਹ ਬੋਲਦੇ ਤਾਂ ਜਾਣਦੇ, ਉਹ ਉਹਨਾਂ ਤੋਂ ਹੁੰਦਾ ਨਹੀਂ, ਕਿਉਂਕਿ ਉਹ ਅਜੇ ਉਹਨਾਂ ਨੇ ਡਿਸੀਜਨ ਨਹੀਂ ਬਣਾਇਆ ਕਿ ਮੈਂ ਪਰਮੇਸ਼ਰ ਦੇ ਪਿੱਛੇ ਚੱਲਣਾ ਹੈ। They say that they will do it but they cannot because they haven't decided yet that they're gonna follow the Lord. ਹਾਲੇਲੂਇਆ। ਉਹਨੇ, ਪਤਰਸ ਨੇ ਕਿਹਾ ਤੇਰਾ ਸਾਡੇ ਕੰਮ ਵਿੱਚ ਨਾ ਹਿੱਸਾ ਆ, ਨਾ ਕੋਈ ਤੈਨੂੰ ਅਧਿਕਾਰ ਆ, ਕਿਉਂਕਿ ਤੇਰਾ ਮਨ ਜਿਹੜਾ ਸਾਫ਼ ਨਹੀਂਗਾ ਪਰਮੇਸ਼ਰ ਦੇ। And Peter said that you don't have any part in our work because your heart is not clean in front of God. ਇਹ ਬਚਨ ਪੜ੍ਹਦੇ ਹਨਾ, ਸੱਚੀ ਕਿੰਨੀ ਪੜ੍ਹੇ ਤਾਂ ਪਹਿਲਾਂ ਸੀ, ਪਰ ਸਮਝ ਮੈਨੂੰ ਵੀ ਹੁਣੀ ਲੱਗ ਰਹੀ ਆ ਕਿ ਕਿੰਨੀ ਸਾਡੀ ਹਾਲਤ ਤਰਸਯੋਗ ਆ ਜੇ ਅਸੀਂ ਪਰਮੇਸ਼ਰ ਨੂੰ ਜਾਣਦੇ ਹੋਏ ਇਹ ਕੁਝ ਕਰ ਰਹੇ ਹਾਂ। And though we read the words, but we can only understand when we acknowledge that we know the Lord, but we do not act according to Him. We do not understand His word. ਕਹਿਣਾ ਕਿ ਮੈਂ ਹੁਣ ਦਾਸੀ ਦਿਨੀ, ਇੱਕ ਵਾਰ ਇੱਕ ਭੈਣ ਨਾਲ ਮੈਂ ਗੱਲ ਕਰ ਰਹੀ ਸੀ, ਜਦੋਂ ਪ੍ਰਭੂ ਦੇ ਵਿੱਚ ਆਏ, ਪਹਿਲਾਂ ਦੀ ਗੱਲ ਆ, ਮੈਨੂੰ ਹੁਣ ਯਾਦ ਆ ਗਈ ਕਿ ਉਸ ਭੈਣ ਨੂੰ ਮੈਂ ਕਿਹਾ ਵੀ ਸਾਰੇ ਜਣੇ ਗੁੱਸੇ ਹੋ ਗਏ, ਧਰਮ ਬਦਲਿਆ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਆ, ਤੁਸੀਂ ਮੱਥਾ ਨਹੀਂ ਟੇਕਦੇ, ਤੁਸੀਂ ਆਹ ਨਹੀਂ ਕਰਦੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਮਿਲ ਕੀ ਗਿਆ ਆ। ਭੈਣ ਮੇਰੀ ਹੁਣ ਜੇ ਕਾਲਕ ਤਾਂ ਕੱਟੀ ਮੂੰਹ, ਉਹਨਾਂ ਦੇ ਹਿਸਾਬ ਨਾਲ ਤਾਂ ਅਸੀਂ ਗਲਤ ਕੰਮ ਕੀਤਾ ਆ, ਪਰ ਹੁਣ ਇਸ਼ਕ ਯਸੂ ਦੇ ਨਾਲ ਪੂਰਾ ਕਰਨਾ ਤੇ ਉਹ ਕਰ ਵੀ ਰਹੇ ਅੱਜ ਦੇ ਦਿਨ। ਹਾਲੇਲੂਇਆ, ਹਾਲੇਲੂਇਆ। And sister, you were talking to a certain other sister. She said like, okay, people curse us. They said like, why you go to church? But now if I go to church, I will be his follower, like properly. I will follow him. I will act according to his word. ਹਾਂ, ਮੈਂ ਤੁਹਾਨੂੰ ਇੱਥੇ ਇਨਕਰੇਜ ਕਰਨਾ ਚਾਹੁੰਦੀ ਹਾਂ I ਕਿ want to ਅੱਜ encourage ਜੇ you. ਤੁਸੀਂ ਪ੍ਰਾਰਥਨਾ ਦੇ ਵਿੱਚ ਪੂਰੇ ਦਿਲ ਦੇ ਨਾਲ ਸ਼ਾਮਲ ਹੋ ਕੇ ਪ੍ਰਾਰਥਨਾ ਕਰਵਾਓਗੇ, ਹੋ ਸਕਦਾ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਉਹ ਅੱਜ ਦੇ ਦੇਵੇ, ਪਰ ਜੇ ਨਹੀਂ ਤਾਂ ਉਹ ਦੇਣਾ ਚਾਹੁੰਦਾ ਆ, ਮੰਗਦੇ ਰਹੋ। ਪਾਸਟਰ ਜੀ ਕਹਿੰਦੇ ਮੈਨੂੰ ਸੜਕ ਤੇ ਜਾਂਦਿਆਂ ਨੂੰ ਮਿਲਿਆ ਸੀ। ਹਾਲੇਲੂਇਆ, ਐਦਾਂ ਦਾ ਪਰਮੇਸ਼ਰ ਆ। And if you are ready, you should come forward at the end and pray for it, and you will receive it. He can give it any time. ਇਹ ਡਿਪੈਂਡ ਕਰਦਾ ਤੁਹਾਡੀ ਭੁੱਖ ਪਿਆਸ ਤੇ ਤੁਹਾਡਾ ਪਰਮੇਸ਼ਰ ਦੇ ਨਾਲ ਰਿਸ਼ਤਾ ਕਿੱਦਾਂ ਦਾ ਹੈ। And it depends upon your hunger and thirst, how your relationship is with God. ਹੁਣ ਆਪਾਂ ਨੰਬਰ 4 ਪੜ੍ਹਦੇ ਹਾਂ, ਅੰਡਰਸਟੈਂਡ ਹਾਊ ਦਾ ਹੋਲੀ ਸਪਿਰਿਟ ਐਕਟ ਓਪਨ ਯੂ, ਤੁਹਾਡੇ ਤੇ ਕਿੱਦਾਂ ਕੰਮ ਕਰਦਾ ਆ ਪਰਮੇਸ਼ਰ ਦਾ ਆਤਮਾ। Understand how Holy Spirit act upon you. ਹਾਲੇਲੂਇਆ। ਹੁਣ ਆਪਾਂ ਚੇਲਿਆਂ ਦੇ ਕਰਤੱਵ 2:4 ਪੜਾਂਗੇ। ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਤੇ ਪਰਾਈਆਂ ਬੋਲੀਆਂ ਬੋਲਣ ਲੱਗੇ, ਜਿਵੇਂ ਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਉਭਾਰਿਆ। ਕਈ ਵਾਰੀ ਲੋਕ ਸੋਚਦੇ ਆ ਵੀ ਬਚਨ ਕਹਿੰਦਾ ਆ ਮੰਗ ਤਾਂ ਦਿੱਤਾ ਜਾਊਗਾ, ਅਸੀਂ ਮੰਗ ਲਿਆ ਤਾਂ ਮਿਲ ਜਾਣਾ, ਅਸੀਂ ਕੁਝ ਨਹੀਂ ਕਰਨਾ। And it is written in Acts 2 and verse 4
And they were all filled with the Holy Spirit and began to speak with other tongues as the Spirit gave them utterance. Sometimes people think that, okay, they will ask it and they can receive it, but you will have to act as well. You will have to ask and you will have to put your effort if you want to receive it. ਆਪਾਂ ਕਈ ਮੈਂ ਹੋਈ ਸੀ ਮੇਰੀ ਕਿਸੇ ਦੇ ਨਾਲ ਗੱਲ, ਮੈਂ ਨਾਂ ਨਹੀਂ ਲੈਣਾ ਚਾਹੂੰਗੀ। ਉਹਨਾਂ ਨੇ ਕਿਹਾ ਕਿ ਪਰ ਉਹ ਪਰਮੇਸ਼ਰ ਆ, ਮੰਗਿਆ ਉਹਨੂੰ ਪਤਾ ਹੀ ਆ, ਆਪੇ ਦੇ ਦੂਗਾ, ਉਹ ਤਾਂ ਰੱਬ ਆ। ਪਰ ਇਦਾਂ ਨਹੀਂ ਮਿਲਦਾ ਇੱਥੇ। And one sister, you talked to someone and that person said, okay, Lord knows and whatever I need, He will give me. I don't need to ask Him. ਇਹਦੇ 'ਚ ਆਪਾਂ ਨੂੰ ਐਫਰਟ ਕਰਨਾ ਪੈਂਦਾ ਆ। But we have to put our effort in it. ਹੁਣ ਰੋਟੀ ਟੇਬਲ ਤੇ ਰੱਖਤੀ ਘਰ ਵਾਲੀ ਨੇ ਲਿਆ ਕੇ, And if your wife cooks the food and she brings it for you, ਹੁਣ ਬੁਰਕੀ ਤੋੜ ਕੇ ਪਾ ਲਈ ਜਾਂ ਉਹਨੇ ਪਾਤੀ ਮੂੰਹ 'ਚ, and it's you who have to bite it or you have to eat it or your wife will feed you. ਉਹ ਮੂੰਹ ਤਾਂ ਨਹੀਂ ਉਹਨੇ ਮਾਰਨਾ, ਮੂੰਹ ਤਾਂ ਨਹੀਂ ਉਹਨੇ ਮਾਰਨਾ, But you will have to chew it. ਮੈਨੂੰ ਵੀ ਹੁਣੇ ਯਾਦ ਆਈ ਇਹ ਗੱਲ। ਉਹ ਮੂੰਹ ਤਾਂ ਆਪ ਨੂੰ ਹੀ ਚੱਬਣ ਲਈ ਖੋਲਣਾ ਪੈਣਾ, ਦੰਦ ਤਾਂ ਆਪ ਨੂੰ ਹੀ ਕਰਨੇ ਪੈਣੇ ਆ। You will have to chew it and swallow it. It's you who have to act. ਇਸ ਤਰ੍ਹਾਂ ਪਵਿੱਤਰ ਆਤਮਾ ਕੰਮ ਕਰਦਾ ਆ। ਹਾਲੇਲੂਇਆ, This is how Holy Spirit works. ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਆਤਮਾ ਸਾਡੇ ਅੰਦਰ ਆ, ਤੇ ਹੁਣ ਜਦੋਂ ਅਸੀਂ ਵਚਨ ਸ਼ੇਅਰ ਕਰਦੇ ਆ ਤੇ ਉਹੀ ਆ। And it's Lord Jesus' Holy Spirit is inside us, and that His Spirit works for us. But we ਉਹੀ have ਆਤਮਾ ਸਾਡੇ ਅੰਦਰ ਬੋਲਦਾ ਆ। ਜਿੱਦਾਂ ਉਹ ਕਹਾਣੀਆਂ 'ਚ ਗੱਲਾਂ ਦੱਸਦੇ ਸੀ, ਉਹੀ ਸਾਡੇ ਅੰਦਰ ਆ ਜਾਂਦੀਆਂ। ਇਹ ਕੋਈ ਮੇਰੀਆਂ ਆਪਣੀਆਂ ਨਹੀਂ ਗੀਆਂ, and it is the ਉਹ Holy ਆਤਮਾ ਕੰਮ Spirit. ਕਰ ਰਿਹਾ ਆ। ਹਾਲੇਲੂਇਆ। It is the Holy Spirit who speaks through us and who works through us. ਹਾਲੇਲੂਇਆ। ਮੰਗਣਾ ਵੀ ਆ, ਐਫਰਟ ਵੀ ਕਰਨਾ ਆ। You have to ask Humble for ਵੀ it ਕਰਨਾ ਹੈ। and you have to put your effort as well. ਹਾਲੇਲੂਇਆ। ਤੇ ਪਵਿੱਤਰ ਆਤਮਾ ਜਦੋਂ ਉਤਰਦਾ ਆ ਨਾ, ਉਹ ਤੁਹਾਡੇ ਵੋਕਲ ਕੋਡ ਤੇ ਕੰਮ ਕਰਦਾ ਆ, And when Holy ਅੰਦਰਲੇ Spirit ਅੰਗ ਤੇ। and when Holy Spirit comes inside you, He will work in your on your vocal organs. ਹੁਣ ਇੱਥੇ ਇਦਾਂ ਹੈ ਕਿ ਜਦੋਂ ਵੋਕਲ ਕੋਡ ਕਈਆਂ ਨੂੰ ਬਪਤਿਸਮਾ ਮਿਲਦਾ, ਆਪਾਂ ਦੇਖਿਆ ਹੋਣਾ ਆ ਕਿ ਉਹ ਜੀਭ ਹਿੱਲਦੀ ਆ ਪਰ ਉਹ ਆਵਾਜ਼ ਨਹੀਂ ਕੱਢਦੇ। And as we know that some people receive the vocal cord baptism, they move their tongue but they do not speak. ਇੱਥੇ ਆਵਾਜ਼ ਆਪਾਂ ਨੂੰ ਕੱਢਣੀ ਪੈਣੀ, ਜਿਹਦੇ ਤੇ ਬਪਤਿਸਮਾ ਉਤਰਿਆ ਆ। ਜਿੱਦਾਂ ਮੈਂ ਕਹਿ ਰਹੀ, ਬੁਰਕੀ ਪਾਤੀ, ਮੂੰਹ ਤੁਸੀਂ ਮਾਰਨਾ ਆ। ਏਦਾਂ ਹੀ ਆਵਾਜ਼ ਆਪਾਂ ਨੂੰ ਸਾਊਂਡ ਲੈ ਕੇ ਆਉਣੀ ਪੈਣੀ ਆ। ਹਾਲੇਲੂਇਆ। ਐਫਰਟ ਕਰਨਾ ਪੈਣਾ ਆ। So once we are filled with the Holy Spirit, it is us who have to move our tongue and who have to speak, put our effort. ਹਾਂਜੀ, ਨੰਬਰ 5 ਤੇ ਆਪਾਂ ਦੇਖਦੇ ਹਾਂ ਕਿ ਜਿਹੜਾ ਡਰ ਆ ਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਰਿਸੀਵ ਕਿੱਦਾਂ ਕਰਨਾ ਆ, ਇਸ ਡਰ ਨੂੰ ਅੰਦਰੋਂ ਕੱਢ ਦਿਓ। ਇਹ ਕੋਈ ਔਖੀ ਗੱਲ ਨਹੀਂ। And on number 5 we'll see if you have a fear or you're afraid of like how to receive the Holy Spirit, you will have to cast it out. ਪਰਮੇਸ਼ਰ ਦਾ ਵਚਨ ਕਹਿੰਦਾ ਆ, ਉਹ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ। And Lord's word says that He will give blessings to whom those who ask for it. ਜੋ ਰੂਹਾਨੀ ਜ਼ਿੰਦਗੀ ਨੂੰ बढ़ोतरी ਦੇਣ ਲਈ ਸਾਨੂੰ ਪਰਮੇਸ਼ਰ ਪਵਿੱਤਰ ਆਤਮਾ ਦੇਣਾ ਚਾਹੁੰਦਾ ਹੈ। And which help us to grow in spiritual life. ਹੁਣ ਲੂਕ ਦੇ 11ਵੇਂ ਚੈਪਟਰ ਦਾ 11 ਤਾਂ 13 ਤੁਸੀਂ ਪੜ੍ਹ ਲੈਣਾ, ਪਰ ਵਚਨ ਕਹਿੰਦਾ ਆ ਕਿ ਕੀ ਤੁਹਾਡਾ ਬੱਚਾ ਜੇ ਤੁਹਾਡੇ ਕੋਲੋਂ ਰੋਟੀ ਮੰਗੂਗਾ, ਮੱਛੀ ਮੰਗੂਗਾ, ਤਾਂ ਤੁਸੀਂ ਉਹਨੂੰ ਸੱਪ ਦਵੋਗੇ? And it in the word in Luke 11:13 it says, if your son will ask for a bread, would you give him a serpent? ਕਹਿੰਦਾ ਜੇ ਆਂਡਾ ਮੰਗੇਗਾ ਕੀ ਉਹਨੂੰ ਤੁਸੀਂ ਬਿੱਛੂ ਦੇਵੋਗੇ? And if he will ask for egg, would you give him a scorpion? ਅਸੀਂ ਮਾਵਾਂ ਜਦੋਂ ਬੱਚੇ ਮੰਗਦੇ, ਅਸੀਂ ਵੈਸਟ ਤੋਂ ਵੈਸਟ ਉਹਨੂੰ ਬਣਾ ਕੇ ਦਿੰਨੇ, ਜੋ ਚੰਗੀ ਚੀਜ਼ ਘਰ ਦੇ ਵਿੱਚ ਹੁੰਦੀ ਆ। And whenever the kids ask, mothers give him a very good thing, whatever they ask for. ਕਹਿੰਦੇ ਕਿ ਜੇ ਤੁਸੀਂ ਦੁਨਿਆਵੀ ਮਾਤਾ ਪਿਤਾ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤੇ ਜਿਹੜਾ ਸਵਰਗ ਦਾ ਪਰਮੇਸ਼ਰ ਹੈ ਉਹ ਤੁਹਾਨੂੰ ਚੰਗੀਆਂ ਚੀਜ਼ਾਂ ਕਿਉਂ ਨਹੀਂ ਦਿੰਦੇ? And the word says, if you are like a worldly human beings and you can give good things to your children, why not Father will give you? ਲਿਖਿਆ ਐਂਡ ਦੇ ਵਿੱਚ ਲਿਖਿਆ, ਤਾਂ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਆਤਮਾ ਕਿਉਂ ਨਹੀਂ ਦੇਵੇਗਾ? And it says, Hallelujah. if those who ask, He will give the Holy Spirit to them as well. ਤੇ ਕਈ ਵਾਰ ਆਪਾਂ ਕਹਿ ਸਕਦੇ, ਸੇਵਾਦਾਰ ਕਹਿ ਸਕਦੇ ਆ, ਪਾਸਟਰ ਤਾਂ ਕਰ ਨਹੀਂ ਸਕਦੇ। ਉਹ ਲੋਕਾਂ ਨੂੰ ਵਹਿਮ ਦੇ ਵਿੱਚ ਪਾ ਦਿੰਦੇ ਆ। ਮੇਰੇ ਨਾਲ ਵੀ ਇਦਾਂ ਹੋਇਆ ਸੀ ਕਿ ਇਹ ਸ਼ੈਤਾਨ ਦੀਆਂ ਬੋਲੀਆਂ ਹੋ ਸਕਦੀਆਂ।
And sometimes some of the servants of Lord put people in blindfold things that this could be tongues of Satan. ਲੂਕ ਦੇ 11:13 'ਚ ਲਿਖਿਆ ਹੈ ਕਿ ਚੰਗਾ ਪਿਤਾ ਆਪਣੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਦਿੰਦਾ ਹੈ। But in Luke, in word of Luke, it says the Lord gives you good things from His good ਤੇ ਉਹ treasure. ਤੁਹਾਨੂੰ ਕਿਉਂ ਨਾ ਪਵਿੱਤਰ ਆਤਮਾ ਦਊਗਾ? Then why would He won't give you a Holy Spirit? ਹੁਣ ਇੱਥੇ ਆਪਾਂ ਨੂੰ ਸਮਝ ਲੱਗ ਗਈ ਹੈ ਨਾ, ਉਹ ਕੋਈ ਇਦਾਂ ਦੀ ਆਤਮਾ ਨਹੀਂ ਦਿੰਦਾ, ਉਹਨੇ ਤਾਂ ਕੱਢ ਦਿੱਤੀ ਜਦੋਂ ਅਸੀਂ ਪ੍ਰਭੂ ਯਿਸੂ ਨੂੰ ਆਪਣੇ ਅੰਦਰ ਬੁਲਾਇਆ ਤੇ ਉਹ ਆਤਮਾ ਨਿਕਲ ਗਈ। And now you understand He doesn't give us a holy evil spirit. He gave us a Holy Spirit, and He cast out the evil spirit from us. ਇਸ ਲਈ ਭੈਣੋ ਤੇ ਭਰਾਵੋ, ਵਚਨ ਨੂੰ ਲਗਾਤਾਰ ਬੁੱਕ ਬਾਈ ਬੁੱਕ ਪੜ੍ਹਨਾ ਬਹੁਤ ਜ਼ਰੂਰੀ ਆ ਕਿ ਅਸੀਂ ਜਾਣ ਸਕੀਏ ਕੀ ਸਾਡੇ ਲਈ ਚੰਗਾ ਆ ਤੇ ਕੀ ਪਰਮੇਸ਼ਰ ਸਾਨੂੰ ਦੇਣਾ ਚਾਹੁੰਦਾ ਤੇ ਕੀ ਸਾਡੇ ਤੋਂ ਮੰਗ ਕਰਦਾ ਹੈ। That's why, brothers and sisters, it's very important to read the word book by book so that we can know what God asked for. ਹੁਣ ਆਪਾਂ ਦੇਖਦੇ ਹਾਂ ਕਿ ਪਰਮੇਸ਼ਰ ਦੇ ਨਾਲ ਅਸੀਂ ਗੱਲਬਾਤ ਕਿੱਦਾਂ ਕਰਦੇ। ਵਚਨ ਕਹਿੰਦਾ ਪਹਿਲਾ ਕੁਰਿੰਥੀਆਂ 14:2 ਆਪਾਂ ਪੜਾਂਗੇ। ਜੋ ਮਨੁੱਖ ਪਰਾਈਆਂ ਬੋਲੀਆਂ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਬੋਲਦਾ, ਸਗੋਂ ਪਰਮੇਸ਼ਰ ਨਾਲ ਬੋਲਦਾ ਹੈ। ਉਹ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਰਹੱਸ ਵਾਲੀਆਂ ਗੱਲਾਂ ਕਰਦਾ ਹੈ, ਗਹਿਰੀਆਂ ਗੱਲਾਂ ਕਰਦਾ, ਪਵਿੱਤਰ ਆਤਮਾ ਦੀ ਗਾਈਡੈਂਸ ਦੇ ਨਾਲ, ਪਰਮੇਸ਼ਰ ਦੇ ਨਾਲ। For he who speaks in a tongue does not speak to men but to God, for no one understands him. However, in the Spirit he speaks mysteries. ਇਹ ਗੁਪਤ ਗੱਲਾਂ ਆ ਜਿਹੜੀਆਂ ਕਿ ਆਪਾਂ ਨੂੰ ਕਹਿਣੀਆਂ ਨਹੀਂ ਆਉਂਦੀਆਂ ਪਰਮੇਸ਼ਰ ਨੂੰ, ਪਰ ਉਹ ਸਾਡੀ ਆਤਮਾ ਪਰਮੇਸ਼ਰ ਦੀ ਆਤਮਾ ਨਾਲ ਮਿਲ ਕੇ ਪਰਮੇਸ਼ਰ ਦੇ ਨਾਲ ਉਹ ਗੱਲਾਂ ਕਰਦੀ ਆ। These are the mysterious things that we cannot say to the Lord, but our spirit, when it got connected to the Holy Spirit, it speaks to the Lord. ਜਿਹੜੇ ਸਾਡੇ ਗੁਪਤ ਗੱਲਾਂ ਅੰਦਰ ਇਹ ਦੁੱਖ ਛੁਪੇ ਹੋਆ ਨਾ, ਅਸੀਂ ਉਹਨਾਂ ਨੂੰ ਬੁੱਲਾਂ ਤੇ ਨਹੀਂ ਲਿਆ ਸਕਦੇ। ਜਦੋਂ ਤੁਸੀਂ ਕਈਆਂ ਨੇ ਜਿਹੜੇ ਬੋਲਦੇ ਐਕਸਪੀਰੀਅੰਸ ਕੀਤਾ ਹੋਣਾ, ਜਦੋਂ ਤੁਸੀਂ ਟੰਗਸ ਦੇ ਵਿੱਚ ਲਗਾਤਾਰ ਘੰਟੇ ਦੇ ਤੱਕ ਜਾਂ ਵੱਧ ਦੁਆ ਕਰਦੇ ਆ, ਤੁਹਾਡੇ ਅੰਦਰ ਇੱਕ ਅੰਦਰੋਂ ਆਤਮਾ ਦੀ ਚੀਖ ਆਉਂਦੀ ਆ, ਰੋਣਾ ਆਉਂਦਾ ਆ। ਉਹ ਤੁਹਾਡੀ ਆਤਮਾ ਪਿਤਾ ਪਰਮੇਸ਼ਰ ਦੇ ਨਾਲ ਉਹ ਗੱਲਾਂ ਕਰਦੀ ਆ ਜਿਹੜੀਆਂ ਤੁਸੀਂ ਬਿਆਨ ਹੀ ਨਹੀਂ ਕਰ ਸਕਦੇ। And sometimes we have sorrows and pains hidden deep in our heart, and we cannot bring it forth, but it's our spirit. When we pray for it, and our spirit talk to the Lord, and it brings forth our request to the Lord. ਹਾਲੇਲੂਇਆ। Amen. ਆਪਣੇ ਚੋਂ ਡਰ ਕੱਢ ਦੋ। ਇੱਕ ਇਦਾਂ ਦਾ ਝਰਨਾ ਆ ਹਨਾ, ਜਦੋਂ ਫੁੱਟ ਪਿਆ ਤੇ ਇਹਦੇ ਨਾਲ ਬਰਕਤਾਂ ਹੀ ਬਰਕਤਾਂ ਆ, ਤੁਹਾਡੀਆਂ ਕਮਜ਼ੋਰੀਆਂ ਜਾਂਦੀਆਂ ਰਹਿਣੀਆਂ ਤੇ ਰੂਹਾਨੀ ਜ਼ਿੰਦਗੀ ਜਿਹੜੀ ਆ ਉਹ ਵਧਣ ਲੱਗ ਜਾਣੀ। And cast the fear away from you, and it is the fountain that will bring blessings to you, and you will have no sorrows and pains. ਕਹਿੰਦੇ ਇਟ ਇਜ਼ ਦਾ ਸੋਰਸ ਆਫ ਸਪਲੀਮੈਂਟ, ਅੰਗਰੇਜ਼ੀ 'ਚ ਬੜਾ ਹੀ ਸੋਹਣਾ ਲਿਖਿਆ ਆ। And it says it is the source of a supplement. ਫਰੋਮ ਗॉड, From ਰੱਬ God. ਵੱਲੋਂ ਆ। ਹਾਲੇਲੂਇਆ। ਜਿੱਦਾਂ ਜਿੱਦਾਂ ਇਹ ਬੋਲਾਂਗੇ ਤੇ ਤੁਸੀਂ ਉਦਾਂ ਅਸਲੀ ਰੀਅਲ ਥਿੰਗਸ ਜਿਹੜੀਆਂ ਉਹ ਪਰਮੇਸ਼ਰ ਤੋਂ ਲੈ ਲਓਗੇ, ਸੱਚੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਚੀਜ਼ਾਂ ਆ। And as you speak, you will receive the good things from Lord. ਇਹ ਅਸਲੀ ਸ਼ਕਤੀ ਆ ਸ਼ੈਤਾਨ ਦਾ ਖਾਤਮਾ ਕਰਨੇ ਦੀ। And this is the real power to destroy the demon. ਵਚਨ 'ਚ ਇੱਕ ਜਗ੍ਹਾ ਲਿਖਿਆ, ਜਦੋਂ ਤੁਸੀਂ ਸ਼ੈਤਾਨ ਨੂੰ ਝਿੜਕੋਗੇ ਤਾਂ ਉਹ ਉੱਥੋਂ ਭੱਜ ਜਾਵੇਗਾ। ਇਸ ਸ਼ਕਤੀ ਦੇ ਨਾਲ ਭੱਜਦਾ ਆ ਉਹ। And it is written in the word that if you will rebuke the Satan, he will go away. And this is the power that ਹੁਣ rebukes. 5 ਪੁਆਇੰਟਾਂ 'ਚ ਆਪਾਂ ਜਾਣ ਲਿਆ ਕਿ ਇਹ ਕੀ ਕੁਛ ਬਰਕਤਾਂ ਆ, ਜਿੰਨੀਆਂ ਮੋਟੀਆਂ ਬਹੁਤ ਕੁਛ ਆ, ਪਰ ਆਪਾਂ ਮੇਨ ਕਿ ਸਾਡਾ ਮਨ ਜਿਹੜਾ ਆ ਉਹਦੇ ਵਿੱਚ ਜਿੱਦਾਂ ਕਹਿ ਲਓ ਵੀ ਤਿਆਰੀ ਹਲਚਲ ਹੋ ਜਾਵੇ ਕਿ ਮੈਂ ਇਹਨੂੰ ਪ੍ਰਾਪਤ ਕਰਨਾ ਜਾਂ ਮੈਂ ਇਹਦੇ ਨਾਲ 'ਚ ਬੋਲਣਾ ਆ, ਉਹ ਆਪਾਂ ਕੀਤੀ ਆ। And as we read in those 5 points that these are the blessings that we need to receive. And ਹੁਣ how we ਨੰਬਰ can 6 ਦੇ ਹੋਲੀ ਸਪਿਰਿਟ ਨੂੰ ਰਿਸੀਵ ਕਿੱਦਾਂ ਕਰਨਾ ਹੈ। And on number 6, how we can receive the Holy Spirit. ਚੇਲਿਆਂ ਦੇ ਕਰਤੱਵ 15:8 ਆਪਾਂ ਦੇਖਦੇ ਹਾਂ। In Acts 15:8. ਪਰ ਰਿਸੀਵ ਕੌਣ ਕਰ ਸਕਦਾ ਆ? ਇਹਦੇ 'ਚ ਲਿਖਿਆ ਕਿ ਦਿਲਾਂ ਦੇ ਜਾਣੂ ਪਰਮੇਸ਼ਰ ਨੇ ਸਾਡੇ ਵਾਂਗੂ ਹੀ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਸਵੀਕਾਰ ਕੀਤਾ ਹੈ। ਇੱਥੇ ਗੈਰ ਯਹੂਦੀ ਜਿਹੜੇ ਸੀ ਉਹਨਾਂ ਦੀ ਗੱਲ ਹੋ ਰਹੀ ਆ, ਜਿੱਦਾਂ ਆਪਾਂ ਬਾਹਰਲੀਆਂ ਕੌਮਾਂ ਆ, ਆਪਾਂ ਜਿਹੜੇ ਯਹੂਦੀ ਨਹੀਂ ਸੀ ਉਹਨਾਂ ਨੂੰ ਵੀ ਪਰਮੇਸ਼ਰ ਨੇ ਸਵੀਕਾਰ ਕੀਤਾ, ਉਹਨਾਂ ਨੂੰ ਵੀ ਬੋਲੀਆਂ ਦਿੱਤੀਆਂ ਜਦੋਂ ਉਹਨਾਂ ਨੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ। ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ।
And as Lord does not favor to anyone, He gave this gift to Gentiles as well when they open up their hearts, because He is the one who knows the heart. ਜਿਹੜਾ ਵੀ ਉਹਦੇ ਕੋਲ ਆਉਂਦਾ ਵਿਸ਼ਵਾਸ ਕਰਦਾ ਆ ਉਹਨੂੰ ਉਹ ਦਿੰਦਾ ਆ ਇਹ ਗਿਫਟ ਜਿਹੜਾ ਆ। Whoever come to Him and put his faith in Him, He gives this gift to him. ਹਾਲੇਲੂਇਆ। ਜਿੱਦਾਂ ਆਪਾਂ ਨੂੰ ਕਈ ਜਾਣੇ ਕਹਿੰਦੇ ਆਪਾਂ ਮਤਲਬ ਇਸ ਕਲਚਰ 'ਚੋਂ ਜਾ ਕੇ ਉੱਥੇ ਕਿੱਦਾਂ ਚਲ ਗਏ, ਉਹਨਾਂ ਦਾ ਧਰਮ, ਇਹ ਧਰਮ ਨਹੀਂਗਾ, ਇਹ ਪਰਮੇਸ਼ਰ ਦੇ ਨਾਲ ਰਿਸ਼ਤਾ ਆ ਤੇ ਇਹ ਪਰਮੇਸ਼ਰ ਦੇ ਨਾਲ ਸਾਡੀ ਸਿੱਧੀ ਗੱਲਬਾਤ ਆ। ਅਸੀਂ ਹੁਣ ਧਰਤੀ ਦੇ ਨਾਲ ਨਹੀਂ ਜੁੜੇ ਹੋਏ, ਅਸੀਂ ਸਵਰਗ ਦੇ ਨਾਲ ਜੁੜ ਗਏ ਆ ਤੇ ਹੁਣ ਸਾਡੀਆਂ ਉਹ ਗੱਲਾਂ ਵੀ ਨਹੀਂ ਰਹੀਆਂ, ਅਸੀਂ ਵੱਖਰੇ ਹੋ ਗਏ ਆ। And as people ask us like why we go to church, why we put our faith in Lord Jesus, but it is not we are Gentiles, we come from a different culture, but as we talk to our Lord, we talk directly to our Lord who is sitting in heaven and we knows Him. ਹਾਲੇਲੂਇਆ। ਹੁਣ ਯੋਹੰਨਾ ਦੇ ਪਹਿਲੇ ਚੈਪਟਰ ਦਾ 5ਵਾਂ ਵਰਸ ਪੜਾਂਗੇ। ਯੋਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹਿਆਂ ਦਿਨਾਂ ਪਿੱਛੋਂ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ। ਹਾਲੇਲੂਇਆ। ਯੂਨਾਨੀ ਭਾਸ਼ਾ ਦੇ ਵਿੱਚ ਬਪਤਿਸਮੇ ਦਾ ਅਰਥ ਜਿਹੜਾ ਆ ਇਹ ਆ ਕਿ ਪੂਰੀ ਤਰ੍ਹਾਂ ਡੁਬੋਣਾ, ਪੂਰੀ ਤਰ੍ਹਾਂ ਡੁਬੋਣਾ। Hallelujah. And it says in John, in word of John, that though John the Baptizer, he gave the baptism with the water, but there is a coming after him who will give the baptism with the Holy Spirit. And it is the meaning of baptism is like if you take a dip in the water, according to Greek. ਹੁਣ ਆਪਣੇ ਅੰਦਰ ਝਰਨਾ ਆ, ਜਦੋਂ ਅਸੀਂ ਜਿੱਦਾਂ ਨਲਕਾ ਗੇੜਾਂਗੇ, ਜਿੱਦਾਂ ਇੰਡੀਆ 'ਚ ਨਲਕਾ ਕਿੰਨਿਆਂ ਨੇ ਗੇੜਿਆ ਆ, ਆਪਾਂ ਸਾਰਿਆਂ ਨੇ ਗੇੜਿਆ ਆ ਹਨਾ। ਜਦੋਂ ਨਲਕਾ ਗੇੜਨਾ, ਜਦੋਂ ਗੇੜਦੇ ਆ ਪਾਣੀ ਆਉਂਦਾ ਆ, ਪਹਿਲਾਂ ਤਾਂ ਗੰਦਲਾ ਜਿਹਾ ਕਈ ਵਾਰੀ ਆਉਂਦਾ ਆ, ਫਿਰ ਹੌਲੀ ਹੌਲੀ ਕਲੀਅਰ ਆਉਂਦਾ ਆ, ਫਿਰ ਕੋਸਾ ਆਉਂਦਾ ਆ, ਤੇ ਫਿਰ ਬਿਲਕੁਲ ਠੰਡਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਤੇ ਐ ਚਿੱਟਾ। And as we all are from India and we turn the tap to get the water and we have to wait for it to get the cold one. ਹੁਣ ਤੁਹਾਡੇ ਅੰਦਰ ਨਲਕਾ ਗੇੜਨ ਦੀ ਚਾਹਤ ਹੈਗੀ ਕਿ ਮੈਂ ਉਹ ਪਾਣੀ ਜਿਹੜਾ ਐਂਡ 'ਚ ਆਉਂਦਾ, ਬਾਅਦ ਵਿੱਚ ਕਹਿੰਦੇ ਹੁੰਦੇ ਸੀ ਸਾਰੇ ਜਣੇ ਹੁਣ ਗਲਾਸ ਭਰ ਕੇ ਲਿਆ ਪਾਣੀ ਦਾ, ਵੱਡੇ ਕਹਿੰਦੇ And are you willing to get that water, that cold one? ਹੁਣ ਜੇ ਪਵਿੱਤਰ ਆਤਮਾ ਦੀਆਂ ਬੋਲੀਆਂ ਲੈਣੀਆਂ ਆ ਤੇ ਉਹ ਝਰਨੇ 'ਚ ਡੁੱਬਣਾ ਆ ਤਾਂ ਆਪਾਂ ਨੂੰ ਕੀ ਲੋੜ ਆ? ਇੱਥੇ ਟੰਗਸ ਦੇ ਵਿੱਚ ਲਗਾਤਾਰ ਪ੍ਰੇਅਰ ਕਰਨ ਦੀ ਲੋੜ ਆ। ਜਿੱਦਾਂ ਜਿੱਦਾਂ ਕਰਾਂਗੇ ਪਵਿੱਤਰ ਹੁੰਦੇ ਜਾਵਾਂਗੇ। ਉਹ ਮਤਲਬ ਕਹਿ ਲਓ ਵੀ ਬਿਆਨ ਨਹੀਂ ਕਰ ਸਕਦੇ ਆਪਾਂ। And if you want to receive the tongues of Holy Spirit, you will have to put your effort in it. As long as you will speak it, you will receive it, and you won't be able to explain the experience of the tongues. ਕੌਣ ਇਹਨਾਂ ਝਰਨਿਆਂ ਚੋਂ ਪੀਣਾ ਚਾਹੁੰਦਾ ਆ ਅੱਜ ਪਾਣੀ? And who wants to drink the water from ਕੌਣ this ਡੁੱਬਣਾ fountain? ਚਾਹੁੰਦਾ ਆ? Who wants to dip in it? ਹਾਲੇਲੂਇਆ, ਹਾਲੇਲੂਇਆ। ਜਿੱਦਾਂ ਪਾਣੀ 'ਚ ਵੜ ਕੇ ਬੰਦਾ ਹਲਕਾ ਹੋ ਜਾਂਦਾ ਆ, ਭਾਰ ਨਹੀਂ ਰਹਿੰਦਾ ਬੰਦੇ ਦਾ, ਏਦਾਂ ਹੀ ਪਵਿੱਤਰ ਆਤਮਾ ਦੇ ਵਿੱਚ ਸਾਡੇ ਸਾਰੇ ਭਾਰ ਚੁੱਕੇ ਜਾਂਦੇ ਆ। As people get relaxed in the water, in the same way we're gonna get relaxed in Holy Spirit. ਦੁੱਖ ਵੀ ਸਿਚੁਏਸ਼ਨਾਂ ਵੀ ਕਈ ਵਾਰ ਉਦਾਂ ਦੀਆਂ ਹੁੰਦੀਆਂ ਆ, ਪਰ ਤੁਸੀਂ ਹਲਕੇ ਹੁੰਨੇ, ਤੁਸੀਂ ਸ਼ਾਂਤ ਹੁੰਨੇ, ਕਿਉਂਕਿ ਤੁਹਾਡੇ ਅੰਦਰ ਪਵਿੱਤਰ ਆਤਮਾ ਜਿਹੜਾ ਆ ਉਹ ਤੁਹਾਡੀ ਮਦਦ ਕਰਦਾ ਆ। But sometimes you are going through a bad or pain or something sorrows, but you're still in peace and joy because it is the Holy Spirit who is helping. ਹੁਣ ਆਪਾਂ ਨੰਬਰ 7 ਤੇ ਦੇਖਾਂਗੇ। On number 7. ਕੀ ਪ੍ਰੇਇੰਗ ਇਨ ਟੰਗਸ ਟੂ ਐਕਟੀਵੇਟ ਦਾ ਮਤਲਬ ਆਪਾਂ ਰੋਜ਼ ਦੁਆਵਾਂ ਕਰਦੇ ਰਹਿਣਾ ਆ ਹੋਲੀ ਸਪਿਰਿਟ ਨੂੰ ਐਕਟਿਵ ਕਰਨ ਦੇ ਵਿੱਚ। So we have to pray in tongues to activate the Holy Spirit. ਇਹ ਨਹੀਂ ਕਿ ਤੋਹਫਾ ਲੈ ਲਿਆ ਜਿੱਦਾਂ ਆਪਾਂ ਪਹਿਲਾਂ ਦੇਖਿਆ ਤੇ ਉਹਨੂੰ ਰੱਖ ਲਿਆ ਸਾਂਭ ਕੇ ਵੀ ਸਾਰਿਆਂ ਨੂੰ ਕਹਣਾ ਮੈਂ ਤਾਂ ਆਤਮਿਕ ਬੰਦਾ, ਮੇਰੇ ਕੋਲ ਤਾਂ ਪਵਿੱਤਰ ਆਤਮਾ ਆ। And it is not like that you receive the gift and you put it away and you forget about ਤੇ it. ਭੈਣ ਉਹਦੇ ਭਰਾਵੋ ਪਤਾ ਕੀ ਹੁੰਦਾ, ਉਦੋਂ ਉਹ ਲੋਕ ਕੀ ਕਹਿੰਦੇ ਆ, ਫਿਰ ਜਿਹੜੇ ਨਹੀਂ ਦੁਆਵਾਂ ਕਰਦੇ ਉਹ ਕਹਿੰਦੇ ਮੈਂ ਆਤਮਿਕ ਆ, ਉਹ ਆਪਣੇ ਮਾਈਂਡ ਦੀਆਂ ਗੱਲਾਂ ਦੂਜਿਆਂ ਨੂੰ ਦੱਸਦੇ ਆ, And those people ਆਪਣੀਆਂ ਸੋਚਾਂ ਨਾਲ ਗੱਲਾਂ ਕਰਦੇ, ਨਾ ਕਿ ਆਤਮਾ ਦੇ ਨਾਲ। And those people who says that okay, I have received the gift but they don't use it, they talk to others according to their own minds, not according to spiritual or Holy Spirit. ਜਿੱਦਾਂ ਕਹਿੰਦੇ ਹੁੰਦੇ ਉਹਨਾਂ 'ਚ ਜਮਾ ਦਮ ਨਹੀਂ ਹੁੰਦਾ, ਫੋਕੀਆਂ ਗੱਲਾਂ ਕਰਦੇ ਆ ਕਿ ਉਹ ਲੱਗਦੀਆਂ ਆਤਮਿਕ ਆ, ਜਿਹੜੇ ਨਵੇਂ ਬੰਦੇ ਪਰ ਗੁੰਮਰਾਹ ਹੋ ਜਾਂਦੇ ਆ। And it says that they have nothing inside, that they're hollow from inside, but they talk about Holy Spirit. ਕਿਸੇ ਬੰਦੇ ਦੇ ਸ਼ਬਦਾਂ ਤੇ ਨਹੀਂ ਜਾਣਾ, ਪ੍ਰਭੂ ਯਿਸੂ ਮਸੀਹ ਦੇ ਸ਼ਬਦਾਂ ਤੇ ਜਾਣਾ ਆ। We don't need to
follow someone's word, but we have to follow Lord Jesus. ਉਹ ਸੱਚੇ ਸ਼ਬਦ ਆ ਤੇ ਉਹ ਜੀਵਨ ਨੂੰ ਸੇਧ ਦਿੰਦੇ ਆ ਤੇ ਉਹ ਜ਼ਿੰਦਗੀ ਵੱਲ ਲੈ ਜਾਂਦੇ ਆ। And His words are true. His words that gives us directions and they take us towards life. ਹਾਲੇਲੂਇਆ Hallelujah. ਹਾਲੇਲੂਇਆ। ਪਿਓਰ ਵਚਨ। ਚਰਚ ਪਾਸਟਰ ਜੀ ਕਹਿੰਦੇ ਹੁੰਦੇ ਕਿ ਜਿੱਥੇ ਮਰਜ਼ੀ ਜਾਓ ਉਸ ਚਰਚ ਜਾਓ ਜਿੱਥੇ ਪਰਮੇਸ਼ਰ ਦਾ ਵਚਨ ਪ੍ਰਚਾਰ ਹੁੰਦਾ, ਸੱਚਾ ਵਚਨ। As Pastor Ji says, you can go to any church, but you should go there where they preach the true word of God. ਆਪਾਂ ਕਿਹਦਾ ਪ੍ਰਚਾਰ ਕਰਦੇ ਹਾਂ? ਯਿਸੂ ਦਾ। ਕਿਸੇ ਬੰਦੇ ਦਾ, ਪਾਸਟਰ ਦਾ ਪ੍ਰਚਾਰ ਨਹੀਂ ਕਰਦੇ। And we preach the Lord Jesus. We do not preach. ਕਿਉਂਕਿ ਪ੍ਰਭੂ any pastor. ਯਿਸੂ ਮਸੀਹ ਨੇ ਕਿਹਾ ਰਾਹ ਸੱਚ ਤਾਂ ਜ਼ਿੰਦਗੀ ਮੈਂ ਆ। Because Lord Jesus said, I am the way, I am the truth. ਅੱਖਾਂ ਉਹਦੇ ਤੇ ਲਾਉਣੀਆਂ, ਕਿਸੇ ਬੰਦੇ ਤੇ ਨਹੀਂ ਲਾਉਣੀਆਂ। And we have to focus on Him, not on human. ਜਿੱਥੇ ਬੈਠੇ ਆ ਉੱਥੇ ਹੀ ਤੁਹਾਨੂੰ ਆ ਕੇ ਦਊਗਾ। And wherever you are sitting, ਬਣੇ He will ਰਹੋ, give you- ਖੜੇ ਰਹੋ, ਅੜੇ ਰਹੋ। be in Him, stay with Him, be firm in Him. ਜਿੱਦਾਂ ਆਪਾਂ ਦੂਜੀਆਂ ਬੋਲੀਆਂ ਬੋਲਦੇ, ਸਾਡੇ ਵਿਸ਼ਵਾਸ ਦੇ ਵਿੱਚ ਉਸਾਰੀ ਹੁੰਦੀ ਆ। ਇਹ ਕਹਿਣ ਦੀ ਗੱਲ ਲੱਗਦੀ ਆ, ਪਰ ਜਦੋਂ ਤੁਸੀਂ ਬੋਲੋਗੇ ਤਾਂ ਉਦੋਂ ਪਤਾ ਲੱਗਣਾ। And speaking in the tongues builds your faith in Him. ਯਹੂਦਾ ਦੇ ਪਹਿਲਾ ਇੱਕੋ ਹੀ ਚੈਪਟਰ ਆ, ਉਹਦੇ 20ਵੇਂ ਵਰਸ 'ਚ ਲਿਖਿਆ ਆ, ਪਰ ਤੁਸੀਂ ਮੇਰੇ ਮਿੱਤਰੋ ਆਪਣੇ ਆਪ ਨੂੰ ਸਤ ਪਵਿੱਤਰ ਪਿਆਰ ਦੇ ਆਧਾਰ ਤੇ ਉਸਾਰਦੇ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। And it says in Judah, you are my friends. You should act in faith, and you should act in love, and be my believers. ਸਤ ਪਵਿੱਤਰ ਪਿਆਰ ਦੇ ਵਿੱਚ ਉਸਾਰਦੇ ਜਾਓ ਤੇ ਪਵਿੱਤਰ ਆਤਮਾ 'ਚ ਪ੍ਰਾਰਥਨਾ ਕਰਦੇ ਜਾਓ। ਕਿੰਨਾ ਜ਼ਰੂਰੀ ਆ ਵਚਨ ਪੜ੍ਹਨਾ ਤੇ ਆਤਮਿਕ ਬੋਲੀਆਂ ਦੇ ਵਿੱਚ ਪ੍ਰਾਰਥਨਾ ਕਰਨੀ। So build yourself in truth, holiness, and love, and it is very important to receive that. ਹੁਣ ਆਪਾਂ 6ਵੇਂ ਪੁਆਇੰਟ ਦੇ ਵਿੱਚ ਤਾਂ ਪਵਿੱਤਰ ਆਤਮਾ ਲੈ ਲਈ ਆ ਨਾ, ਆਪਾਂ ਵਰਕ ਕੀਤਾ, ਉੱਥੇ ਪਹੁੰਚ ਗਏ ਆ। And we received the Holy Spirit in 6th point. ਪ੍ਰੇਜ਼ ਦਾ ਲਾਰਡ। Praise the Lord. ਹਾਲੇਲੂਇਆ। ਕਿੰਨੇ ਜਾਣੇ ਵਿਸ਼ਵਾਸ ਕਰਦੇ ਆ ਕਿ ਜੇ ਨਹੀਂ ਤਾਂ ਉਹ ਮਿਲੇਗਾ? ਹਾਲੇਲੂਇਆ। And how many of us believe that we're going to receive the Holy ਹੁਣ Spirit? ਤਿਆਰ ਹੋ ਜਾਓ, ਜ਼ਿੰਦਗੀ ਬਦਲ ਗਈ ਆ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁਣ ਹੋਣ ਜਾ ਰਹੀ ਆ। And let's be ready that our life is changed and we're going to ਨਵੀਂ live a new ਰੈਵਲੇਸ਼ਨ life. ਆਊਗੀ, ਨਵਾਂ ਵਚਨ ਖੁੱਲੂਗਾ ਤੇ ਪਵਿੱਤਰ ਆਤਮਾ ਦੇ ਫਲ ਉਸ ਤੋਂ ਬਾਅਦ ਸਾਡੇ ਵਿੱਚ ਖੁੱਲਣੇ ਸ਼ੁਰੂ ਹੋ ਜਾਂਦੇ ਆ। And we're going to receive new revelation, new word, and we're going to receive the gift of Holy Spirit as ਗਿਫਟ well. ਖੁੱਲਣੇ ਸ਼ੁਰੂ ਹੋ ਜਾਂਦੇ, ਲੇਅਰਸ ਉਤਰਨੀਆਂ ਸ਼ੁਰੂ ਹੋ ਜਾਂਦੀਆਂ ਆ। And we receive the gifts, and the layers of gifts going to be opened as well. ਅੱਜ ਕੱਲ ਮੈਂ ਕਿਸੇ ਇੱਕ ਭੈਣ ਨੂੰ ਦੇਖ ਰਹੀ ਹਾਂ ਕਿ ਉਹ ਦਿਨੋਂ ਦਿਨ ਰੰਗੀ ਜਾ ਰਹੀ ਆ ਤੇ ਉਹ ਮਤਲਬ ਬਾਹਰ ਆ ਰਹੀ ਆ And ਰੂਹ ਦੇ ਵਿੱਚ। and sister, you can see there is one sister sitting here, and she is growing in the Holy Spirit. ਕਿਉਂਕਿ ਜਦੋਂ ਤੁਸੀਂ ਸੀਰੀਅਸ ਲੈ ਲੈਂਦੇ ਪ੍ਰਭੂ ਨੂੰ ਤੇ ਤੁਸੀਂ ਆਤਮਾ 'ਚ ਦੁਆ ਕਰਦੇ, ਤੁਹਾਨੂੰ ਉਹ ਦਲੇਰੀ ਦਿੰਦਾ ਆ, ਤੁਹਾਡੇ 'ਚੋਂ ਡਰ ਕੱਢਦਾ ਆ, ਤੁਹਾਡੇ ਅੰਦਰ ਆਪਣੀ ਸ਼ਕਤੀ ਪਾਉਂਦਾ ਆ, ਤੁਹਾਨੂੰ ਸਮਝ ਦਿੰਦਾ ਆ, ਚੁੱਪ ਕੇ ਰਹਿਣਾ ਸਿਖਾਉਂਦਾ, ਬੋਲਣਾ ਸਿਖਾਉਂਦਾ ਆ। And when you act according to Lord, when you follow Him, He give you understanding, and He taught you how to live according to Him. ਜਦੋਂ ਪਰਮੇਸ਼ਰ ਖੁਸ਼ ਹੁੰਦਾ ਆ ਹਨਾ, ਤਾਂ ਉਹ ਜਿਹਨੇ ਜਾਨ ਦਿੱਤੀ ਉਹ ਸਭ ਕੁਝ ਆਪਣਾ ਦੇਣਾ ਚਾਹੁੰਦਾ ਆ ਸਾਨੂੰ। And when Lord is happy from us, He try to give us everything. ਭੁੱਲ ਜਾਓ ਮੇਰਾ ਕੰਮ ਨਹੀਂ ਚੱਲਦਾ, ਭੁੱਲ ਜਾਓ ਮੇਰੇ ਆਹ ਚੀਜ਼ ਨਹੀਂ ਗਈ, ਮੇਰੇ ਕੋਲ ਆਹ ਨਹੀਂ ਗਾ, ਚੀਜ਼ਾਂ ਪਿੱਛੇ ਨਾ ਲੱਗੀਏ, ਉਸ ਪਰਮੇਸ਼ਰ ਦੇ ਪਿੱਛੇ ਲੱਗੀਏ ਜਿਹੜਾ ਕਹਿੰਦਾ ਮੇਰੇ ਰਾਜ ਦੀ ਖੋਜ ਕਰ ਤਾਂ ਬਾਕੀ ਸਭ ਕੁਝ ਤੈਨੂੰ ਪਿੱਛੇ ਪੈ ਕੇ ਮਿਲੂਗਾ। And forget about your works or materialistic things. Just follow Lord Jesus, who says, "Seek my will, and I will give you ਅੱਜ everything." ਕਿੰਨੇ ਜਾਣੇ ਸੇਵਾ ਕਰਨੇ ਚਾਹੁੰਦੇ ਆ ਪਰਮੇਸ਼ਰ ਦੀ? And how many of us want to serve the Lord? ਆਪਾਂ ਸਾਰੇ ਚਾਹੁੰਦੇ ਆ। We all want. ਹਾਲੇਲੂਇਆ। ਪਰਮੇਸ਼ਰ ਦਾ ਵਚਨ ਕਹਿੰਦਾ ਆ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤਾਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ। And the word of God says, whenever you're going to receive the Holy Spirit, you will receive ਤੇ ਆਪਾਂ power. ਦੇਖਿਆ ਵਚਨ ਦੇ ਵਿੱਚ ਜਦੋਂ ਪਤਰਸ ਨੇ ਬੋਲੀਆਂ ਤੋਂ ਬਾਅਦ ਉਸੇ ਵੇਲੇ ਪ੍ਰਚਾਰ ਸ਼ੁਰੂ ਕਰ ਦਿੱਤਾ। And it is written in the word that Peter start preaching once he received the ਕਹਿੰਦਾ Holy ਤੁਸੀਂ Spirit. ਦੁਨੀਆ ਦੇ ਐਂਡ ਤੱਕ ਮੇਰੇ ਗਵਾਹ ਹੋਗੇ, ਦੁਨੀਆ ਦੀਆਂ ਅੰਤਮ ਹੱਦਾਂ ਤੱਕ, ਕੋਨੇ-ਕੋਨੇ ਤੱਕ। And Lord says that you will be my witnesses to the ends of the earth. ਜੇ ਉਹਨਾਂ 12 ਚੇਲਿਆਂ ਨੇ ਪਰਮੇਸ਼ਰ ਦੀ ਉਸ ਆਗਿਆ ਨੂੰ ਮੰਨ ਕੇ ਉੱਥੇ ਖੜੇ ਰਹਿ ਕੇ ਉਸ ਆਤਮਾ ਨੂੰ ਜੋ ਸਵਰਗ ਤੋਂ ਆਇਆ ਪ੍ਰਾਪਤ ਕਰਕੇ ਪਰਮੇਸ਼ਰ ਸਾਰੀ ਦੁਨੀਆ ਬਦਲ ਕੇ ਰੱਖ ਦਿੱਤੀ ਆ। ਤੇ ਅੱਜ ਰਿਵਾਈਵਲ ਪੰਜਾਬੀ ਚਰਚ ਕੀ ਨਹੀਂ ਕਰ ਸਕਦਾ? And as the apostle received the Holy Spirit and they stayed firm in Lord Jesus, they changed the whole world. ਇੱਕ ਜਾਣੇ ਨੂੰ ਪਰਮੇਸ਼ਰ ਨੇ ਉਹਦਾ ਨਾਮ ਲੈ ਕੇ ਸੱਦਿਆ ਤੇ ਮਾਂ ਦੀ ਕੁੱਖ 'ਚ ਆਉਣ ਤੋਂ ਪਹਿਲਾਂ ਹੀ ਚੁਣ ਲਿਆ ਆ। ਇਹ ਪਰਮੇਸ਼ਰ ਦਾ
ਵਚਨ ਕਹਿੰਦਾ ਆ ਹਾਲੇਲੂਇਆ। And in the word of Lord, it says that Lord has called us by our names, and He has chosen us before we were in our mother's ਜਿੰਨੇ womb. ਦੁੱਖ ਤਕਲੀਫਾਂ ਆਏ ਜਿਨ੍ਹਾਂ ਕਰਕੇ ਅੱਜ ਆਪਾਂ ਇੱਥੇ ਬੈਠੇ ਆ, ਉਹ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਆਏ ਭੈਣੋ ਤੇ ਭਰਾਵੋ। And those sorrows and pains were according to Lord's will, that because He wanted to choose us. ਜਿਹੜਾ ਜੋਨਾ ਨਬੀ ਸੀ, ਜਦੋਂ ਉਹ ਨਿਨਵੇ ਸ਼ਹਿਰ 'ਚ ਜਾ ਕੇ ਉਹਨੇ ਪਰਮੇਸ਼ਰ ਦਾ ਵਚਨ ਦੱਸਿਆ ਲੋਕਾਂ ਨੂੰ, ਪਾਪੀ ਸੀ, ਉਹਨਾਂ ਨੇ ਤੋਬਾ ਕਰ ਲਈ, ਤੇ ਉਹ ਜਦੋਂ ਬੈਠਾ ਧੁੱਪ 'ਚ ਤੇ ਪਰਮੇਸ਼ਰ ਨੇ ਉਹਦੇ ਉੱਤੇ ਇੱਕ ਬੇਲ ਉਗਾਈ। And when Jonah prophet went to the city of Nineveh, and he asked the people there to repent for their ਬੜਾ sins. ਖੁਸ਼ ਹੋਇਆ, ਪਰ ਇੰਨਾ ਖੁਸ਼ ਵੀ ਨਹੀਂ ਸੀ। ਬੇਲ ਤੋਂ ਤਾਂ ਖੁਸ਼ ਹੋਇਆ, ਪਰ ਇੰਨਾ ਖੁਸ਼ ਨਹੀਂ ਸੀ ਕਿ ਲੋਕਾਂ ਨੇ ਤੋਬਾ ਕਿੱਦਾਂ ਕਰ ਲਈ ਆ। ਮੈਂ ਤਾਂ ਕੋਈ ਇੰਨਾ ਜ਼ਿਆਦਾ ਨਹੀਂ, ਮੈਂ ਤਾਂ ਉਹਨਾਂ ਨੂੰ ਦੱਸਿਆ ਹੀ ਆ ਕਿ ਪਰਮੇਸ਼ਰ ਦਾ ਕਰੋਧ ਆਉਣ ਵਾਲਾ, ਪਰ ਇਹਨਾਂ ਨੇ ਤੋਬਾ ਕਰ ਲਈ। And he was happy that the Lord gave him a shadow in the sunshine, but he wasn't happy that people repented from it. ਵਚਨ ਦੇ ਵਿੱਚ ਲਿਖਿਆ ਆ, ਪਰਮੇਸ਼ਰ ਨੇ ਇੱਕ ਕੀੜੇ ਨੂੰ ਆਗਿਆ ਦਿੱਤੀ ਤੇ ਉਹ ਬੇਲ ਨੂੰ ਰਾਤੋਂ ਰਾਤ ਖਾ ਗਿਆ। And it says in the word that Lord asked an ant to eat the vine. ਹੁਣ ਕੀੜੇ ਵੀ ਪਰਮੇਸ਼ਰ ਦੀ ਆਗਿਆ ਤੋਂ ਬਿਨਾਂ ਤੁਹਾਡੀ ਜ਼ਿੰਦਗੀ 'ਚ ਨਹੀਂ ਆਉਣਗੇ। And now the bugs or the ants won't come into ਜੋ your life. ਹੁੰਦਾ ਪਰਮੇਸ਼ਰ ਦੀ ਮਰਜ਼ੀ ਨਾਲ ਹੁੰਦਾ। ਨਾ ਡਰੋ, ਨਾ ਘਬਰਾਵੋ, ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਜਾਓ ਕਿ ਪਰਮੇਸ਼ਰ ਤੂੰ ਕੀ ਚਾਹਨਾ ਆ, ਤੇ ਉਹਦੇ ਰੰਗਾਂ ਨੂੰ ਦੇਖੋ ਆਪਣੀ ਜ਼ਿੰਦਗੀ ਦੇ ਵਿੱਚ। And whatever happens in our life, it is according to Lord's will. Don't be afraid, just give Him thanks. ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਮੈਂ ਵਿਸ਼ਵਾਸ ਕਰਦੀ ਆ ਕਿ ਅੱਜ ਦੇ ਵਚਨ ਨੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕੀਤੀ ਹੋਊਗੀ, ਤੁਹਾਡੇ ਅੰਦਰ ਇੱਕ ਹਲਚਲ ਪੈਦਾ ਹੋਊਗੀ ਕਿ ਅਸੀਂ ਆਤਮਾ 'ਚ ਦੁਆਵਾਂ ਕਰੀਏ। ਤੇ ਮੈਂ ਆਪਣੇ ਲਈ ਵੀ ਇਹ ਦੁਆ ਕਰਦੀ ਆ ਕਿ ਜੋ ਵਚਨ ਅੱਜ ਸ਼ੇਅਰ ਕੀਤਾ ਆ, ਪਰਮੇਸ਼ਰ ਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਆ ਤੇ ਆਪਾਂ ਸਾਰਿਆਂ ਨਾਲ ਗੱਲ ਕੀਤੀ ਆ, ਆਪਾਂ ਇਸ ਵਚਨ ਨੂੰ ਪੂਰੀ ਤਰ੍ਹਾਂ ਲੈ ਕੇ ਇਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਹਾਲੇਲੂਇਆ। ਉਹ ਪਰਮੇਸ਼ਰ ਆ ਜਿਹਦੇ ਹੁਕਮ ਤੇ ਜਦੋਂ ਮੂਸਾ ਤੁਰਿਆ ਸੀ ਲੈ ਕੇ ਉਹਨਾਂ ਨੂੰ, ਤੇ ਸਮੁੰਦਰ 'ਚ ਪਾਣੀ ਦੀਆਂ ਕੰਧਾਂ ਬਣਾਤੀਆਂ ਸੀ ਪਰਮੇਸ਼ਰ ਨੇ। ਉਹੀ ਪਰਮੇਸ਼ਰ ਅੱਜ ਆ। ਹਾਲੇਲੂਇਆ। It is the same word that helped the Moses to walk into the waters, and it is the same word that gonna talk to us and gonna stir us up from our deep depths so that we can receive His word, we can talk to Him. ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੇ ਪੁੱਤਰ ਦੀ ਕੁਰਬਾਨੀ ਦੇ ਲਈ, ਤੇ ਉਸ ਆਤਮਾ ਲਈ ਜਿਹੜਾ ਸਾਨੂੰ ਪਰਮੇਸ਼ਰ ਨੇ ਸਾਡੇ ਉੱਤੇ ਅੰਦਰ ਨਹੀਂ ਸਾਡੇ ਉੱਤੇ ਉਡੇਲ ਦਿੱਤਾ ਆ। ਇਹ ਪਰਮੇਸ਼ਰ ਦਾ ਪਿਆਰ ਆ।